ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਅੱਜ ਦਿਨ ਹੈ ਜੀ ਬੁੱਧਵਾਰ, ਤਰੀਕ ਹੈ 24 ਫਰਵਰੀ ਅਤੇ ਥੋੜ੍ਹਾ ਜਿਹਾ ਲੇਟ ਹੋ ਗਏ ਹੈ। ਸਮਾਂ ਹੈ ਜੀ 6:33। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਜੀ ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ ਮੋਹਾਲੀ ਵੱਲੋਂ, ਜਿਹੜੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਇੰਡਸਟਰੀਅਲ ਪਲਾਟਸ ਦੇ ਵਿੱਚ ਮੋਹਾਲੀ, ਚੰਡੀਗੜ੍ਹ, ਜ਼ੀਰਕਪੁਰ ਅਤੇ ਖਰੜ ਦੇ ਵਿੱਚ ਡੀਲ ਕਰਦੇ ਨੇ। ਤੁਸੀਂ ਜੇਕਰ ਮਨ ਬਣਾਇਆ ਤਾਂ ਅੱਛੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਅਤੇ ਅੱਛੀ ਰਿਟਰਨ ਚਾਹੁੰਦੇ ਹੋ ਤਾਂ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਓ, ਕਾਲ ਜ਼ਰੂਰ ਕਰੋ। ਸਲਾਹ ਮਸ਼ਵਰੇ ਦੇ ਲਈ ਅਪੁਆਇੰਟਮੈਂਟ ਲਓ, ਬਣਾਓ, ਖੁੱਲ੍ਹ ਕੇ ਆਪਣਾ ਵਿਚਾਰ ਵਿਮਰਸ਼ ਕਰੋ। ਤੁਹਾਡੀ ਹਰ ਸਵਾਲ ਦਾ ਜਵਾਬ ਦੇਣਗੇ। 8936000000 8936000000 ਕਹਿਣ ਤੋਂ ਭਾਵ 99360 ਅਤੇ 5 ਵਾਰ ਜ਼ੀਰੋਆਂ ਦੇ ਉੱਤੇ ਕਾਲ ਕਰ ਸਕਦੇ ਹੋ। ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ 'ਤੇ ਰੈਰਾ ਅਪਰੂਵਡ ਨੇ। ਜੇਕਰ ਤੁਸੀਂ ਕੋਈ ਈਮੇਲ ਵੀ ਕਰਦੇ ਹੋ ਤਾਂ info@primeproperties.org.in 'ਤੇ ਕਰ ਸਕਦੇ ਹੋ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਸਪੋਂਸਰ ਕਰਨ ਵਾਲੇ ਵਿਸ਼ਿੰਗਟਨ ਫਰੇਟ ਸਰਵਿਸ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰਨੇ, ਲੋਕਲ ਸੈਟਲ ਏਰੀਆ ਜੋਬ ਦਿੰਦੇ ਨੇ, ਡਿਸਪੈਚ ਪੰਜਾਬੀ ਅਤੇ ਇੰਗਲਿਸ਼ ਕਰਦੇ ਨੇ। 2063544060 ਅਤੇ ਜਗਦੇਵ ਸਿੰਘ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਬਿਜਲੀ ਦੇ ਬਿੱਲ ਕਾਫੀ ਅੱਜ ਕੱਲ੍ਹ ਪਰੇਸ਼ਾਨ ਕਰਦੇ ਨੇ। ਇਸ ਪਰੇਸ਼ਾਨੀ ਤੋਂ ਨਿਜਾਤ ਪਾਉਣ ਦੇ ਲਈ ਜਤਿੰਦਰ ਸਿੰਘ ਤੂਰ ਹੋਰਾਂ ਨਾਲ ਬੇਕਰਸਫੀਲਡ USA ਦੇ ਵਿੱਚ ਕਾਲ ਕਰੋ। 6617541722 'ਤੇ ਕਾਲ ਕਰ ਸਕਦੇ ਹੋ। ਅਤੇ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਜੀ ਜਗਜੀਤ ਸਿੰਘ ਲੰਡਨ ਅਤੇ ਪਿੰਡ ਭੈਣੀ ਵੜਿੰਗਾ ਦੇ ਲਿਸਨਰਸ ਦਾ, ਜਿਹੜੇ ਇਹ ਪ੍ਰੋਗਰਾਮ ਨੂੰ ਲਗਾਤਾਰ ਸਪੋਂਸਰ ਕਰਦੇ ਆ ਰਹੇ ਨੇ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਹੈ ਜੀ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9780141741। ਇਸ ਤੋਂ ਇਲਾਵਾ ਮੈਂ ਬਾਈ ਜੀ ਭਰਪੂਰ ਸਿੰਘ ਬੇਕਰਸਫੀਲਡ ਤੋਂ ਅਤੇ ਸਰਦਾਰ ਬਲਵੀਰ ਸਿੰਘ ਉਸਮਾਨਪੁਰ ਸੈਟਲ ਤੋਂ, ਉਹਨਾਂ ਦਾ ਵੀ ਧੰਨਵਾਦੀ ਹਾਂ ਜਿਹੜੇ ਹਮੇਸ਼ਾ ਰੇਡੀਓ ਪੰਜਾਬ ਟੂਡੇ ਨੂੰ ਸਪੋਰਟ ਕਰਦੇ ਰਹਿੰਦੇ ਨੇ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਅੰਮ੍ਰਿਤਸਰ। ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਮੇਰੇ ਨਾਲ ਜੁੜ ਗਏ ਨੇ। ਸਭ ਤੋਂ ਪਹਿਲਾਂ ਤਾਂ ਅੱਜ ਦੀ ਬੜੀ ਦੁੱਖ ਭਰੀ ਖਬਰ ਸਾਂਝੀ ਕਰਦੇ ਹਾਂ ਜੀ। ਸੁਰਾਂ ਦੇ ਬਾਦਸ਼ਾਹ ਗਾਇਕ ਸਰਦੂਲ ਸਿਕੰਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਜੀ। ਭੱਟੀ ਸਾਹਿਬ, ਬਹੁਤ ਹੀ ਮੰਦਭਾਗੀ ਪੰਜਾਬੀ ਰੰਗਮੰਚ ਦੇ ਲਈ ਬੜੀ ਦੁੱਖਦਾਈ ਖਬਰ, ਪੰਜਾਬੀ ਗੀਤ, ਪੰਜਾਬੀ ਗਾਇਕੀ ਨੂੰ ਪਸੰਦ ਕਰਨ ਵਾਲੇ ਲੋਕਾਂ ਦੇ ਲਈ ਮੰਦਭਾਗੀ ਖਬਰ ਜੀ। ਬਿਲਕੁਲ ਜੀ, ਸਰਦੂਲ ਸਿਕੰਦਰ ਜੀ ਸਾਡੇ ਸੱਭਿਆਚਾਰ ਨੂੰ ਇੱਕ ਬੜੀ ਵੱਡੀ ਦੇਣ ਜੀ। ਉਹਨਾਂ ਨੇ ਸਿਰਫ ਗਾਇਆ ਹੀ ਨਹੀਂ, ਸਗੋਂ ਘੱਟੋ ਘੱਟ 20 ਤੋਂ ਲੈ ਕੇ 25 ਫਿਲਮਾਂ 'ਚ ਵੀ ਕੰਮ ਕੀਤਾ। ਉਹਨਾਂ ਦੇ ਬੋਲ ਹੁੰਦੇ ਸੀ, ਕਦੇ ਰੁੱਸਦੇ ਬਣਾਉਂਦੇ, ਕਦੇ ਗੱਲ ਨਾਲ ਲਾਉਂਦੇ, ਪਰ ਸਾਡੀ ਐਡੀ ਚੰਗੀ ਤਕਦੀਰ ਹੀ ਨਹੀਂ, ਮੇਰੇ ਮਾਥੇ ਵਿੱਚ ਪਿਆਰ ਦੀ ਲਕੀਰ ਹੀ ਨਹੀਂ ਜੀ। ਫਿਰ ਉਹਨਾਂ ਗਾਇਆ, ਜਦੋਂ ਹੋ ਗਈ ਮੇਰੀ ਡੋਲੀ ਦੀ ਮਾਏ, ਅੱਖੀਆਂ ਤੋਂ ਓਲੇ, ਪਿੱਛੋਂ ਵੇਖ ਵੇਖ ਰੋਵੀ ਨੀ ਮੇਰੀ ਗੁੱਡੀਆਂ ਪਟੋਲੇ ਜੀ। ਵੇ ਰੱਬਾ ਜੁਗ ਜੁਗ ਵਸੇ ਅੰਮੀ ਬਾਬਲ ਦਾ ਵਿਹੜਾ ਜੀ। ਵੀ ਹੁਣ ਵੀਰੇ ਸਰਦੂਲ ਦਾ ਲੱਗੂ ਕਿਤੇ ਸਵਾਬੀ ਦੇਣਾ। ਹੁਣ ਤੇ ਉਹ ਗੇੜਾ ਵੀ ਖਤਮ ਹੋ ਗਿਆ ਜੀ ਉਹਨਾਂ ਦਾ। ਪਰ ਜਿਹੜੀ ਗੱਲ ਇਹ ਕਹੀ ਜਾ ਰਹੀ ਸੀ ਵੀ ਉਹਨਾਂ ਦੀ ਮੌਤ ਕਰੋਨਾ ਨਾਲ ਹੋਈ ਆ, ਉਹਨਾਂ ਦੇ ਬੇਟੇ ਦੇ ਸਪਸ਼ਟ ਕੀਤਾ ਇਹਦੇ ਬਾਰੇ ਜੀ। ਉਹਨਾਂ ਕਿਹਾ ਜੀ ਕਰੋਨਾ ਹੋਇਆ ਜ਼ਰੂਰ ਸੀ, ਕਰੋਨਾ ਠੀਕ ਹੋਣ ਤੋਂ ਬਾਅਦ ਹਸਪੀਟਲ ਤੋਂ ਅਸੀਂ ਘਰ ਚਲੇ ਗਏ ਸੀਗੇ ਤੇ ਘਰ ਕੁਝ ਦਿਨ ਰਹਿਣ ਤੋਂ ਬਾਅਦ ਉਹਨਾਂ ਨੇ ਇਨਫੈਕਸ਼ਨ ਮਹਿਸੂਸ ਕੀਤੀ ਜੀ, ਕਿਉਂਕਿ ਉਹਨਾਂ ਦਾ ਕਿਡਨੀ ਆਪਰੇਟ ਹੋਈ ਸੀ। ਹਾਂ ਬਿਲਕੁਲ ਜੀ, ਕਿਡਨੀ ਟ੍ਰਾਂਸਪਲਾਂਟ ਹੋਈ ਸੀ। ਹਾਂਜੀ, ਕਿਡਨੀ ਆਪਰੇਟ ਹੋਣ ਕਰਕੇ ਕਿਡਨੀ ਜੀ। ਕਾਲ ਡਿਸਕਨੈਕਟ ਹੋ ਗਈ ਹੈ ਜੀ, ਫਿਰ ਤੋਂ ਕਾਲ ਲੈਂਦੇ ਹਾਂ। ਸੋ ਆਪਾਂ ਉਹਨਾਂ ਦੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਹੋਰਾਂ ਨਾਲ ਸੰਪਰਕ ਕਾਇਮ ਕਰਦੇ ਹਾਂ। ਪ੍ਰੋਗਰਾਮ ਸ਼ਮਾਦਾਨ ਵਾਸਤੂ ਤੋਂ ਜਾਰੀ ਜੀ। ਭੱਟੀ ਸਾਹਿਬ ਜੀ, ਉਹਨਾਂ ਦੀ ਕਿਡਨੀ ਆਪਰੇਟ ਹੋਈ ਸੀ, ਜਿਹਦੇ ਕਰਕੇ ਜਿਹੜਾ ਸੀ ਉਹਨਾਂ ਨੂੰ ਦੁਬਾਰਾ ਫਿਰ ਜਿਹੜਾ ਸੀ ਹਸਪਤਾਲ ਖੜਨਾ ਪਿਆ ਤੇ ਉੱਥੋਂ ਵਾਪਸ ਨਹੀਂ ਆਇਆ ਜੀ। ਅੱਜ ਫੋਰਟਿਸ ਹਸਪੀਟਲ ਦੇ ਵਿੱਚ ਜਿਹੜੇ ਸੀ ਕਾਫੀ ਕਲਾਕਾਰ ਪੁੱਜੇ ਤੇ ਕਲਾਕਾਰਾਂ ਨੇ ਉਹਨਾਂ ਨੂੰ ਨਮ ਅੱਖਾਂ ਨਾਲ ਜਿਹੜੀ ਸ਼ਰਧਾਂਜਲੀ ਭੇਟ ਕੀਤੀ ਜੀ। ਉਹਨਾਂ ਦੇ ਪਰਿਵਾਰ ਦੇ ਵਿੱਚ ਕਾਫੀ ਰੋਸ ਸੀਗਾ, ਬੜਾ ਗਿਲਾ ਸੀਗਾ। ਉਹਨਾਂ ਦੇ ਬੇਟੇ ਨੇ ਜੋ ਉਹਦੇ ਬਾਰੇ ਕਿਹਾ, ਉਹ ਕਹਿੰਦਾ ਜੀ ਵੇਖੋ ਸਾਡੇ ਤੇ ਚਲੇ ਗਏ, ਮੇਰੇ ਫਾਦਰ ਚਲੇ ਗਏ ਆ,
ਲੇਕਿਨ ਉਹਨਾਂ ਦੀਆਂ ਯਾਦਾਂ ਸਾਡੇ ਹਮੇਸ਼ਾ ਸੀਨੇ ਸਮਾਈਆਂ ਰਹਿਣਗੀਆਂ ਜੀ। ਉਹਨਾਂ ਦੀ ਇੱਕ ਮੈਂ ਇੰਟਰਵਿਊ ਹੁਣੇ ਵੇਖ ਰਿਹਾ ਸੀ ਤੇ ਉਹਨਾਂ ਨੇ ਕਿਹਾ ਜੀ ਮੈਂ ਕੁਛ ਨਹੀਂ, ਜੋ ਹੈ ਉਹ ਮੇਰੇ ਜਿਹੜੇ ਚਾਹਣ ਵਾਲੇ ਉਹ ਹੈਗੇ ਨੇ ਜੀ। ਉਹ ਮੈਨੂੰ ਮਾਣ ਸਤਿਕਾਰ ਦਿੰਦੇ ਤੇ ਮੈਂ ਸਿਰਫ ਉਹਨਾਂ ਕਰਕੇ ਲੇਕਿਨ ਅੱਜ ਉਹ ਨਹੀਂ ਰਹੇ, ਲੇਕਿਨ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਸਾਡੇ ਕੰਨਾਂ 'ਚ ਹਮੇਸ਼ਾ ਹਮੇਸ਼ਾ ਨਹੀਂ ਗੂੰਜਦੀ ਰਹੇ। ਜੀ ਜੀ। ਸੋ ਰੇਡੀਓ ਪੰਜਾਬ ਟੂਡੇ ਵੱਲੋਂ ਵੀ ਇਸ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਜੀ ਪਰਿਵਾਰ ਨੂੰ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਜਿਹੜਾ ਪ੍ਰਮਾਤਮਾ ਇਹ ਦੁੱਖ ਜਿਹੜਾ ਸਹਿਣ ਦਾ ਸ਼ਕਤੀ ਬਖਸ਼ੇ, ਭਾਣਾ ਮੰਨਣ ਦੀ ਬਖਸ਼ੇ। ਸੋ ਹੁਣ ਆਪਾਂ ਗੱਲ ਕਰੀਏ ਨੌਦੀਪ ਦੀ ਜ਼ਮਾਨਤ ਦਾ ਕੀ ਬਣਿਆ ਜੀ? ਨੌਦੀਪ ਦੀ ਜ਼ਬਾਨ ਤੇ ਫਿਰ ਅਜੇ ਟਲ ਗਈ ਹੈ। ਅੱਛਾ ਜੀ। ਉਹਦੇ ਵਿੱਚ ਨੌਦੀਪ ਨੇ ਜਿਹੜਾ ਦੋਸ਼ ਲਾਇਆ ਸੀ ਆਪਣੀ ਐਪਲੀਕੇਸ਼ਨ ਦੇ ਵਿੱਚ ਵੀ ਮੇਰੀ ਇਹਨਾਂ ਨੇ ਜਾ ਕੇ ਉੱਥੇ ਬੜੀ ਕੁੱਟਮਾਰ ਕੀਤੀ, ਜਦੋਂ ਮੈਨੂੰ ਫੜ ਕੇ ਖੜਿਆ ਪੁਲਿਸ ਦੇ ਵਿੱਚ ਲੇਡੀ ਮੁਲਾਜ਼ਮ ਵੀ ਨਹੀਂ ਸੀ ਹੈਗੇ। ਅੱਛਾ ਜੀ। ਜੈਂਟਸ ਨੇ ਮੇਰੀ ਕੁੱਟਮਾਰ ਕੀਤੀ ਹੈ ਤੇ ਮੇਰਾ ਮੈਡੀਕਲ ਵੀ ਨਹੀਂ ਕਰਾਇਆ। ਅੱਛਾ ਜੀ। ਹੁਣ ਉਹ ਪੁਲਿਸ ਦੇ ਭਾਜੀ ਬਣ ਗਈ ਆ। ਹੁਣ ਕਹਿੰਦੀ ਕਹਿ ਰਹੇ ਨੇ, ਜੱਜ ਨੇ ਕਿਹਾ ਪਹਿਲਾਂ ਮੈਡੀਕਲ ਲੈ ਕੇ ਆਓ। ਤੁਹਾਡੇ ਨਾਲ ਫੇਰ ਗੱਲ ਕਰਾਂਗੇ ਪੁਲਿਸ ਵਾਲਿਆਂ ਨੇ, ਤੁਸੀਂ ਦਾ ਮੈਡੀਕਲ ਕਰਾਇਆ ਜਾਂ ਨਹੀਂ ਕਰਾਇਆ ਤੇ ਕੁੱਟਮਾਰ ਕੀਤੀ ਤੇ ਕਿੱਥੇ ਸੱਟ ਲੱਗੀ ਹੈ ਲੈ ਕੇ ਆਓ। ਉਸ ਚੀਜ਼ ਨੂੰ ਲੈ ਕੇ ਜੱਜ ਨੇ ਹਾਲ ਦੀ ਘੜੀ ਉਹਨਾਂ ਦੀ 26 ਤਰੀਕ ਮਤਲਬ ਪਰਸੋਂ ਤੱਕ ਜਿਹੜੀ ਇਹ ਪੋਸਟਪੋਨ ਕਰਤੀ। ਪਰਸੋਂ ਫਿਰ ਸੁਣਵਾਈ ਹੋਵੇਗੀ ਹਾਈ ਕੋਰਟ ਦੇ ਜੀ। ਤੇ ਜੇ ਉਹ ਮੈਡੀਕਲ ਪੇਸ਼ ਨਹੀਂ ਕਰਦੇ ਤੇ ਫਿਰ ਜਿਹੜੇ ਉਹ ਥਾਣੇ ਦੀ ਜਿਹੜੀ ਪੁਲਿਸ ਆ, ਜਿਹੜਾ SHO ਆ, ਜਿਹੜਾ IO ਆ, ਉਹ ਫਿਰ ਕੋਰਟ ਨੂੰ ਜਵਾਬ ਦੇ ਹੋਏਗਾ ਵੀ ਇਹਦਾ ਮੈਡੀਕਲ ਤੁਸੀਂ ਕਿਉਂ ਨਹੀਂ ਕਰਾਇਆ ਮੌਕੇ ਦੇ ਜੀ। ਕਿਉਂ ਰੋਜ਼ਨਾਮ ਦਾ ਜਿਹੜਾ ਲਿਖਿਆ ਗਿਆ ਉਹ ਤੋਂ ਹੁਣ ਵਾਪਸ ਨਹੀਂ ਮੁੜਦਾ, ਉਹ ਤਾਂ ਨਹੀਂ ਮੁੜਦਾ, ਉਹ ਨਹੀਂ ਮੁੜਦਾ। ਜੇ ਮੈਡੀਕਲ ਵਾਕਈ ਨਾ ਕਰਾਇਆ ਤੇ ਇਹਦੇ ਵਿੱਚ ਪੁਲਿਸ ਫਸ ਸਕਦੀ ਹੈ, ਪੁਲਿਸ ਦੇ ਉੱਤੇ ਵੀ ਉਲਟਾ ਮੁਕੱਦਮਾ ਦਰਜ ਹੋ ਸਕਦਾ ਜੀ। ਤੇ ਬਾਕੀ ਉਮੀਦ ਹੈ ਵੀ ਜਿਸ ਤਰੀਕੇ ਦਾ ਜੱਜ ਦਾ ਅੱਜ ਰਵੱਈਆ ਸੀਗਾ, ਉਹਨਾਂ ਦੇ ਜਿਹੜੇ ਵਕੀਲ ਆ ਉਹਨਾਂ ਨੇ ਇੰਨੀ ਗੱਲ ਕਹੀ, ਚੀਮਾ ਸਾਹਿਬ ਨੇ ਸ਼ਾਇਦ ਨਾ ਉਹਨਾਂ ਨੇ ਕਿਹਾ ਵੀ ਉਮੀਦ ਆ ਵੀ 26 ਨੂੰ ਇਹਨਾਂ ਨੂੰ ਬੇਲ ਜੇ ਕੇਸ ਚ ਮਿਲ ਜੇਗੀ ਤੇ ਉਹ ਰਿਹਾ ਹੋ ਜਾਏ ਜੀ। ਚਲੋ ਚੰਗੀ ਗੱਲ ਹੈ ਜੀ, ਬੇਲ ਮਿਲ ਜੇ ਤਾਂ ਬਾਹਰ ਆਵੇ ਤੇ ਪਤਾ ਲੱਗੇ ਕਿ ਦੁਨੀਆ ਨੂੰ ਕੀ ਹੈ। ਪਰ ਉਧਰ ਸ਼ਬਨਮ ਦੀ ਜਿਹੜੀ ਹੈ ਫਾਂਸੀ ਲਗਾਤਾਰ ਟਲ ਰਹੀ ਹੈ ਤੇ ਧਾਰਮਿਕ ਆਗੂ ਵੀ ਸ਼ਬਨਮ ਦੇ ਹੱਕ ਚ ਆਏ ਨੇ ਜੀ। ਕੀ ਕਿਹਾ ਹੈ? ਸ਼ਬਨਮ ਜਿਹੜੀ ਜੀ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਵਿੱਚ 52 ਖੇੜੀ ਪਿੰਡ ਦੀ, ਇਹਨੇ ਆਪਣੇ ਪਰਿਵਾਰ ਦੇ 7 ਜੀਆਂ ਦਾ 14-15 ਅਪ੍ਰੈਲ 2008 ਦੀ ਰਾਤ ਨੂੰ ਜਿਹੜਾ ਸੀ ਉਹ ਹੱਤਿਆ ਕਰ ਦਿੱਤੀ ਜੀ। ਕਿਉਂਕਿ ਇਹ ਚੰਗੀ ਪੜ੍ਹੀ ਲਿਖੀ 2 ਡਬਲ MSc ਕੁੜੀ ਜੀ, ਟੀਚਰ ਸੀ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ। ਇਹਦੀ ਇੱਕ ਦੋਸਤੀ ਪੈ ਗਈ, ਇੱਕ ਆਰੇ ਤੇ ਕੰਮ ਕਰਦਾ ਸੀ ਪਠਾਨ ਮੁੰਡਾ, ਸਲੀਮ ਦਾ ਸੀ ਜੀ। ਤੇ ਇਹ ਆਪਣੇ ਪਰਿਵਾਰ ਨੂੰ ਜਿਹੜੀਆਂ ਸੀ ਉਹ ਨੀਂਦ ਵਾਲੀਆਂ ਗੋਲੀਆਂ ਦੇ ਦਿੰਦੀ ਸੀ ਤੇ ਉਹ ਰੋਜ਼ ਉਹਨੂੰ ਮਿਲਣ ਆਉਂਦਾ ਸੀ ਜੀ। ਉਹਨੂੰ ਮਿਲਣ ਤੋਂ ਬਾਅਦ ਇੱਕ ਦਿਨ ਉਹਨੇ ਕਿਹਾ ਵੀ ਮੇਰੇ ਪਰਿਵਾਰ ਵਾਲੇ ਤੇਰੇ ਨਾਲ ਸ਼ਾਦੀ ਵਾਸਤੇ ਨਹੀਂ ਮੰਨਦੇ, ਕੀ ਕਰੀਏ? ਕਹਿੰਦਾ ਫੜ ਤੁਹਾਡੀ ਚੱਲ ਵੱਡੀ ਆਪਾਂ। ਉਸ ਦਿਨ ਉਹਨੂੰ ਗੋਲੀਆਂ ਵੱਧ ਦਿੱਤੀਆਂ, ਉਹ ਸੁੱਤੇ ਰਹਿ ਗਏ ਤੇ ਇਹਨੇ ਆਪਣੀ ਇੱਕ ਭੈਣ, ਇੱਕ ਭਰਜਾਈ, 2 ਭਰਾ ਤੇ ਇੱਕ ਮਾਂ ਤੇ ਪਿਓ ਤੇ ਇੱਕ ਭਤੀਜਾ ਸੀ 10 ਮਹੀਨਿਆਂ ਦੇ, ਜਿਹਨੂੰ ਗਲ ਘੁੱਟ ਕੇ ਮਾਰਿਆ ਜੀ। ਉਹ 7 ਕੇਸ ਮਾਰਨ ਕਰਨ ਤੋਂ ਬਾਅਦ ਜਿਹੜਾ 5 ਦਿਨ ਬਾਅਦ ਜਿਹੜਾ ਸ਼ੱਕ ਜਦੋਂ ਪੁਲਿਸ ਨੂੰ ਪਿਆ, ਉਹਦਾ ਤਫਤੀਸ਼ ਕੀਤੀ ਤੇ ਇਹਦਾ ਫਿਰ ਪਤਾ ਲੱਗ ਗਿਆ ਵੀ ਇਹ ਕਤਲ ਇਹਨੇ ਕੀਤੇ। ਉਸ ਕੇਸ ਦੇ ਵਿੱਚ ਸੈਸ਼ਨ ਜੱਜ ਤੋਂ ਲੈ ਕੇ ਰਾਸ਼ਟਰਪਤੀ ਤੱਕ, ਸੁਪਰੀਮ ਕੋਰਟ ਤੱਕ ਇਹਦੀ ਫਾਂਸੀ ਦੀ ਸਜ਼ਾ ਬਣ ਰਹੀ, ਇਹਦੀ ਤੇ ਸਲੀਮ ਦੀ ਜੀ। ਹੁਣ ਇਹਦੀ ਜਿਹੜੀ ਸੀ ਆਖਰੀ ਜਿਹੜੀ ਸੀ ਪਟੀਸ਼ਨ ਉਹ ਵੀ ਖਾਰਜ ਹੋ ਗਈ। ਰਾਸ਼ਟਰਪਤੀ ਨੇ ਵੀ ਜਿਹੜੀ ਸੀ ਕਹਿ ਦਿੱਤਾ ਵੀ ਇਹਨੂੰ ਫਾਂਸੀ ਲਾਈ ਜਾਵੇ ਤੇ ਅੱਜ ਤੋਂ 4-5 ਦਿਨ ਪਹਿਲਾਂ ਪੂਰੀ ਤਿਆਰੀ ਸੀ ਕਿ ਇਹਨੂੰ ਕਿਸੇ ਵੇਲੇ ਮਥੁਰਾ ਜੇਲ੍ਹ ਸ਼ਿਫਟ ਕਰ ਦਿੱਤਾ ਜਾਊਗਾ ਕਿ ਮਥੁਰਾ ਜੇਲ੍ਹ ਦੇ ਵਿੱਚ ਹੀ ਸਿਰਫ ਔਰਤਾਂ ਨੂੰ ਫਾਂਸੀ ਲਾਉਣ ਦੀ ਜਿਹੜੀ ਆ ਉਹ ਪ੍ਰਬੰਧ ਹੈਗੇ ਜੀ ਜੀ। ਲੇਕਿਨ ਸੁਨੀਲ ਗੁਪਤਾ ਨਾਂ ਦਾ ਇੱਕ ਜਿਹੜਾ ਤਿਹਾੜ ਜੇਲ੍ਹ ਦਾ 35 ਸਾਲ ਲਾ ਅਫਸਰ ਰਿਹਾ, ਉਹਦਾ ਕਹਿਣ ਦਾ ਮਤਲਬ ਸੀ ਵੀ ਫਾਂਸੀ ਲਾਉਣ ਦੀ ਕੋਈ ਗੱਲ ਨਹੀਂ, ਜਿੱਥੇ ਵੀ ਹੋਏ ਉੱਥੇ ਲਾਈ ਜਾ ਸਕਦੀ ਹੈ ਜੀ। ਲੇਕਿਨ ਜੇ ਇਹਨਾਂ ਨੇ 150 ਸਾਲ ਪਹਿਲਾਂ ਬਣਾਇਆ ਤੇ ਠੀਕ ਆ, ਫਿਰ ਇਹਨੂੰ ਰਾਮਪੁਰਾ ਜੇਲ੍ਹ ਦੇ ਵਿੱਚੋਂ ਮਥੁਰਾ ਚ ਤਬਦੀਲ ਕੀਤਾ ਜਾਊ। ਹੁਣ ਉਹਦੇ ਵਕੀਲ ਨੇ ਮਹਾਂਵੀਰ ਸਿੰਘ ਨੇ ਇੱਕ ਹੋਰ ਜਿਹੜੀ ਆ ਦਾਇਰ ਕਰਤੀ ਹੈ ਅਪੀਲ, ਇੱਕ ਹੋਰ ਐਪਲੀਕੇਸ਼ਨ ਦਾਇਰ ਕਰ ਦਿੱਤੀ ਹੈ ਰਾਜਪਾਲ ਕੋਲੇ। ਉਹਨੇ ਸੈਸ਼ਨ ਜੱਜ ਨੂੰ ਲਿਖ ਦਿੱਤਾ ਕਿ ਇਸ ਤੇ ਮੁੜ ਵਿਚਾਰ ਕੀਤੀ ਜਾਵੇ, ਇਹਦੀ ਫਾਂਸੀ ਟਾਲੀ ਜਾਵੇ। ਜੇਲ੍ਹ ਸੁਪਰਡੈਂਟ ਨੇ ਗਾਂ ਜਿਹੜੀ ਸੀ ਉਹ ਰਾਜਪਾਲ ਨੂੰ ਭੇਜਤੀ ਤੇ ਰਾਜਪਾਲ ਕੋਲ ਹੁਣ ਇਹ ਪੈਂਡਿੰਗ ਪਈ ਹੈ।
ਲੇਕਿਨ ਉੱਥੋਂ ਦੇ ਜਿਹੜੇ ਮਥੁਰਾ ਦੇ ਪਰਮਹੰਸ ਕੋਈ ਧਾਰਮਿਕ ਆਗੂ ਨੇ, ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਸੰਸਕ੍ਰਿਤੀ ਆ, ਜਿਹੜਾ ਸਾਡਾ ਸੱਭਿਆਚਾਰ ਆ, ਉਹ ਔਰਤਾਂ ਦਾ ਇਹੋ ਜਿਹਾ ਜ਼ੁਲਮ ਕਰਨ ਦੀ ਆਗਿਆ ਨਹੀਂ ਦਿੰਦਾ ਜੀ। ਇਹ ਤੇ ਬੇਸਿਕਲੀ ਇਹ ਵੀ ਕਾਨੂੰਨੀ ਕਤਲ ਹੈ ਨਾ। ਬਿਲਕੁਲ। ਉਹਨੇ ਕਿਹਾ ਜੀ ਤੁਸੀਂ ਇਹਦੀ ਮਗਲੀ ਫਾਂਸੀ ਆ, ਉਮਰ ਕੈਦ ਚ ਤਬਦੀਲ ਬਸ ਕਰ ਦਿਓ, ਲੇਕਿਨ ਇੱਕ ਔਰਤ ਨੂੰ ਫਾਂਸੀ ਨਾ ਲਾਈ ਜਾਵੇ। ਉਹਨੇ ਗਵਰਨਰ ਨੂੰ ਵੀ ਅਪੀਲ ਕੀਤੀ ਹੈ ਤੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਜੀ। ਇਸ ਤੋਂ ਪਹਿਲਾਂ ਇਹ ਤੁਹਾਨੂੰ ਜਦੋਂ ਇਹਨੇ ਇਹ ਕੰਮ ਕੀਤਾ, ਉਦੋਂ ਇਹ 2 ਮਹੀਨੇ ਦੀ ਪ੍ਰੈਗਨੈਂਟ ਸੀ। ਅਪ੍ਰੈਲ ਦੇ ਵਿੱਚ ਇਹ ਕੰਮ ਕਰਦੀ ਤੇ ਦਸੰਬਰ ਦੇ ਵਿੱਚ ਜਾ ਕੇ ਜੇਲ੍ਹ ਦੇ ਵਿੱਚ ਇਹਦੇ ਘਰ ਇੱਕ ਬੇਟਾ ਹੁੰਦਾ ਜੀ, ਜਿਹਦਾ ਨਾਂ ਤਾਜ ਰੱਖਿਆ ਜਾਂਦਾ ਜੀ। ਇਹਦਾ ਇੱਕ ਪੁਰਾਣਾ ਸਾਥੀ ਸੀਗਾ ਉਸਮਾਨ, ਜਿਹੜਾ ਜਦੋਂ ਕਾਲਜ ਚ ਪੜ੍ਹਦੀ ਸੀ, ਤੇ ਇੱਕ ਵਾਰੀ ਇਹਨੇ ਅਹਿਸਾਨ ਕੀਤਾ ਸੀ ਉਹਦੇ ਉੱਤੇ ਜੀ। ਉਹ 2 ਸਾਲ ਪਿੱਛੇ ਸੀ, ਉਹ ਗਰੀਬ ਘਰ ਦਾ ਸੀ ਤੇ ਇੱਕ ਬੜਾ ਮਜੂਸ ਸੀ। ਉਹ ਕਹਿਣ ਲੱਗੀ ਤੂੰ ਮਜੂਸ ਕਿਉਂ ਅੱਜ? ਉਹ ਕਹਿੰਦਾ ਜੀ ਮੇਰੀ ਫੀਸ ਮੈਂ ਦੇ ਨਹੀਂ ਸਕਦਾ ਤੇ ਮੇਰਾ ਨਾਂ ਕੱਟਿਆ ਜਾਣਾ ਯੂਨੀਵਰਸਿਟੀ ਤੇ, ਮੇਰੀ ਛੁੱਟੀ ਹੋ ਜਾਣੀ ਜੀ। ਉਹ ਉਹਨੂੰ ਕਹਿਣ ਲੱਗੀ ਵੀ ਤੂੰ ਕੋਈ ਗੱਲ ਨਹੀਂ ਪੜ੍ਹ, ਤੇਰੀ ਫੀਸ ਦਾ ਬੰਦੋਬਸਤ ਹੋ ਜਾਏਗਾ। ਤੇ ਅਗਲੇ ਦਿਨ ਉਹਨੇ ਆਪਣੇ ਘਰੋਂ ਪੈਸੇ ਲਿਆ ਕੇ ਫੀਸ ਤਾਰ ਕੇ ਤੇ ਰਸੀਦ ਦੇਤੀ ਸੀ। ਤਕੜਾ ਹੋ ਗਿਆ ਉਹਦੇ ਭਾਜੀ ਤੂੰ ਜਿਹੜੀ ਉਹ ਰੱਬ ਜੀ, ਜਿਹਦੀ ਉਸ ਮੁੱਖ ਮਦਦ ਕੀਤੀ ਉਹਨੇ। ਉਹਨੇ ਫਿਰ 12 ਸਾਲ ਦਾ, ਜੋ 6 ਸਾਲ ਦਾ ਬੱਚਾ ਹੋ ਗਿਆ, ਉਹਨੇ ਫਿਰ ਆ ਕੇ ਮਿਲਿਆ ਇਹਨੂੰ, ਆਪਣੀ ਬੀਬੀ ਨੂੰ, ਸ਼ਬਦਮ ਨੂੰ ਜੀ। ਉਹ ਕਹਿੰਦਾ ਵੀ ਤੇਰਾ ਬੱਚਾ ਮੈਂ ਅਡਾਪਟ ਕਰਨਾ ਚਾਹੁੰਦਾ। ਲੇਕਿਨ ਜਿਹੜੀ ਸਾਡੀਆਂ ਹੈਗੀਆਂ ਮੁਸਲਮਾਨਾਂ ਦੇ ਵਿੱਚ ਸਾਡੀ ਅਡਾਪਸ਼ਨ ਨਹੀਂ ਹੁੰਦੀ ਜੀ, ਉਹ ਚ ਅਡਾਪਸ਼ਨ ਲਿਖੀ ਨਹੀਂ ਜਾਂਦੀ। ਅੱਛਾ ਜੀ। ਤੁਸੀਂ ਲੈ ਗਏ ਸਾਂਭ ਸੰਭਾਲ ਵਾਸਤੇ, ਕੋਈ ਗੱਲ ਨਹੀਂ, ਉਹ ਸਾਂਭ ਸੰਭਾਲ ਵਾਸਤੇ ਲੈ ਜਾਂਦਾ। ਉਹ ਅੱਜ ਬੱਚਾ 12 ਸਾਲ ਦਾ। ਹੁਣ ਉਸਮਾਨ ਸਾਹਿਬੀ ਤੋਂ ਉਹਦੀ ਜਿਹੜੀ ਵਾਈਫ ਆ ਵੰਦਨਾ, ਉਹ ਦੋਵੇਂ ਬੱਚੇ ਨੂੰ ਪਾਲ ਰਹੇ ਤੇ ਬੱਚਾ ਪੜ੍ਹ ਰਿਹਾ ਜੀ। ਉਸ ਬੱਚੇ ਨੇ ਵੀ ਇੰਨੀ ਗੱਲ ਕਹੀ ਆ ਵੀ ਮੇਰੀ ਮਾਂ ਨੇ ਮੈਨੂੰ ਸਭ ਕੁਝ ਦੱਸਿਆ ਜੀ, ਜਿਹੜੀ ਉਹਨੇ ਬਲੰਡਰ ਗਲਤੀ ਕੀਤੀ ਮੈਨੂੰ ਸਭ ਕੁਝ ਦੱਸ ਚੁੱਕੀ ਹੈ। ਮਤਲਬ ਕਿ ਉਹਨੇ ਆਪਦੀ ਜਿਹੜੀ ਆ ਕਨਫੈਸ਼ਨ ਕਰ ਲਿਆ, ਆਪਦਾ ਜੁਰਮ ਕਬੂਲ ਕਰ ਲਿਆ ਜੀ। ਬਿਲਕੁਲ। ਉਹਨੇ ਫਿਰ ਕਹਿੰਦਾ ਜੀ ਜਦੋਂ ਮੈਂ ਜਾਂਦਾ ਵਾ ਹਰ ਮਹੀਨੇ ਮੇਰੀ ਜਿਹੜੀ ਮਾਂ ਨੂੰ ਮਿਲ ਜਾਂਦਾ ਤੇ ਮੇਰੀ ਮਾਂ ਮੈਨੂੰ ਚੁੰਮਦੀ ਵੀ ਆ, ਚੱਟਦੀ ਵੀ ਆ, ਗੋਦੀ 'ਚ ਬਿਠਾਉਂਦੀ ਵੀ, ਪਿਆਰ ਵੀ ਕਰਦੀ ਆ, ਦੁਲਾਰ ਵੀ ਕਰਦੀ ਆ ਜੀ। ਤੇ ਆਉਣ ਲੱਗਿਆ ਮੈਨੂੰ ਕੁਝ ਪੈਸੇ ਵੀ ਦੇ ਦਿੰਦੀ ਤੇ ਮੈਂ ਆਪਣੀ ਮਾਂ ਨੂੰ ਕਹਿੰਦਾ ਮੈਨੂੰ ਪੈਸਿਆਂ ਦੀ ਲੋੜ ਨਹੀਂ, ਮੇਰੇ ਪਾਪਾ ਕੋਲ ਬਹੁਤ ਪੈਸੇ ਹੈਗੇ। ਹੁਣ ਜਿਹੜਾ ਇਹ ਰਾਮਪੁਰ ਜੇਲ੍ਹ ਦੇ ਵਿੱਚ ਜਿਹੜਾ ਸਲੀਮ ਆ, ਉਹ ਮਥੁਰਾ ਜੇਲ੍ਹ ਦੇ ਵਿੱਚ ਜੀ। ਤੇ ਇਹਦੀ ਹੁਣ ਜਿਹੜੀ ਫਾਂਸੀ ਸੀ ਉਹ ਟਲ ਗਈ ਆ ਰਾਜਪਾਲ ਨੂੰ ਕਹਿਣ ਦੇ ਉੱਤੇ। ਸਲੀਮ ਦੀ ਅਜੇ ਹਾਲ ਦੀ ਘੜੀ ਸਲੀਮ ਦੀ ਜਿਹੜੀ ਮਾਫੀ ਦੀ ਪ੍ਰਕਿਰਿਆ ਉਹ ਹਾਲ ਦੀ ਘੜੀ ਸ਼ੁਰੂ ਹੋਣੀ ਆ। ਜੇ ਉਹ ਸ਼ੁਰੂ ਹੁੰਦੀ, ਜੋ ਨੂੰ ਇਕੱਠਿਆਂ ਨੂੰ ਫਾਂਸੀ ਲਾਈ ਜਾਂਦੀ ਤੇ ਫਿਰ ਵੈਸੇ ਹੀ ਇਹ ਮੇਰੇ ਕੋਲ 2-4 ਮਹੀਨੇ ਟਲੀ ਰਹਿਣੀ। ਇਹ ਵੈਸੇ ਵੀ ਜੇਕਰ ਆਪਾਂ ਗੱਲ ਕਰੀਏ ਨਾ, ਭਾਈ ਬਲਬੀਰ ਸਿੰਘ ਰਾਜੋਵਾਲ ਵਾਲਾ ਮਾਮਲਾ ਇਹਦੇ ਵਿੱਚ ਲਾਗੂ ਹੋਊਗਾ ਜੀ। FIR ਇੱਕੋ ਹੈ, ਜੁਰਮ ਇੱਕੋ ਹੈ। ਜੇਕਰ ਸਲੀਮ ਕਰ ਦਿੰਦਾ ਨਾ ਆਪਦੀ ਮਾਫੀ ਦੀ ਅਰਜੀ ਅੱਗੇ ਮੂਵ ਕਰ ਦਿੰਦਾ ਤਾਂ ਫਾਂਸੀ ਆਟੋਮੈਟਿਕਲੀ ਰੁਕ ਜਾਣੀ ਹੈ, ਕਿਉਂਕਿ ਜੇ ਸਲੀਮ ਨੂੰ ਮਿਲਦੀ ਹੈ ਫਾਂਸੀ ਦੀ ਸਜ਼ਾ ਤੋਂ ਮਾਫੀ ਤਾਂ ਸ਼ਬਾਨਾ ਨੂੰ ਵੀ ਮਿਲੂਗੀ, ਸ਼ਬਾਨਾ ਨੂੰ ਮਿਲਦੀ ਹੈ ਤਾਂ ਸਲੀਮ ਨੂੰ ਵੀ ਮਿਲੂਗੀ, ਕਿਉਂਕਿ ਉਹ ਜਿਹੜਾ ਜਸਟਿਸ ਸਾਹਿਬ ਦਾ ਫੈਸਲਾ ਉਹਦੇ ਵਿੱਚ ਲਿਖਿਆ ਗਿਆ ਕਿ ਇੱਕੋ FIR ਇੱਕੋ ਜੁਰਮ ਦੇ ਵਿੱਚ ਜੇਕਰ ਕਿਸੇ ਨੂੰ ਰਿਲੀਫ ਮਿਲਦੀ ਹੈ ਤਾਂ ਬਰਾਬਰ ਮਿਲੂਗੀ, ਸਾਰਿਆਂ ਨੂੰ ਬਰਾਬਰ ਮਿਲੂਗੀ। ਇਸ ਕਰਕੇ ਸਲੀਮ ਜਿਹੜਾ ਵਾ ਉਹ ਉਸ ਜੇਲ੍ਹ 'ਚ ਮਥੁਰਾ ਦੇ ਵਿੱਚ ਤੇ ਇਹ ਹੈਗੀ ਰਾਮਪੁਰ ਦੇ ਜੇਲ੍ਹ ਦੇ ਵਿੱਚ। ਤੇ ਜਿਹੜੀ ਉਹਦੇ ਬੇਟੇ ਨੇ ਅਪੀਲ ਕੀਤੀ ਰਾਸ਼ਟਰਪਤੀ ਨੂੰ ਜੀ, ਉਮੀਦ ਆ ਵੀ ਉਹਦੇ ਤੇ ਵੀ ਸ਼ਾਇਦ ਗੌਰ ਫਰਮਾਇਆ ਜਾਊਗਾ। ਫਿਰ ਜਿਹੜੇ ਧਾਰਮਿਕ ਆਗੂ ਸਾਹਮਣੇ ਆ ਗਏ ਤੇ ਵੀ ਮਹਾਰਾਜ ਤੁਸੀਂ ਏਦਾਂ ਨਾ ਕਰੋ, ਇਹਨੂੰ ਮਾਫੀ ਦਿਓ, ਜਿਹਦੇ ਕਰਕੇ ਉਹਦੀ ਐਪਲੀਕੇਸ਼ਨ ਰਾਜਪਾਲ ਨੇ ਐਕਸੈਪਟ ਕਰ ਲਈ। ਨਹੀਂ ਤੇ ਪਹਿਲੇ ਦਿਨ ਹੀ ਮਾਰ ਕੇ ਵਾਪਸ ਭੇਜ ਜੀ। ਤੇ ਹੁਣ ਆਪਾਂ ਗੱਲ ਕਰੀਏ ਤਾਂ ਦਿਸ਼ਾ ਦੀ ਮਾਂ ਨੇ ਕੀ ਕਿਹਾ ਜੀ ਉਸਦੀ ਆਪਣੀ ਬੇਟੀ ਬਾਰੇ। ਦਿਸ਼ਾ ਦੀ ਮਾਂ ਨੇ ਇੰਨੀ ਗੱਲ ਕਹੀ ਹੈ ਕਿ ਮੇਰੀ ਬੇਟੀ ਨੇ ਕੁਝ ਵੀ ਗਲਤ ਨਹੀਂ ਕੀਤਾ। ਉਹ ਕਹਿੰਦੀ ਜਦੋਂ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਗਿਆ, ਲਿਜਾਇਆ ਗਿਆ, ਉਸ ਤੋਂ ਬਾਅਦ ਸਾਡੀ 1-2 ਵਾਰੀ ਫੋਨ ਤੇ ਹੋਈ ਤਾਂ ਬੜੀ ਮਜਬੂਰ ਸੀਗੀ। ਉਹਨੇ ਕਿਹਾ ਮੈਂ ਕੁਝ ਗਲਤ ਨਹੀਂ ਕੀਤਾ, ਮੈਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ, ਕਿਸਾਨਾਂ ਦੀ ਗੱਲ ਕੀਤੀ, ਉਹਨਾਂ ਦੀ ਮੰਗਾਂ ਦੀ ਗੱਲ ਕੀਤੀ, ਮੈਂ ਗਲਤ ਕੀ ਕੀਤਾ। ਟੂਲ ਕਿਟ ਕੀ ਹੈ? ਟੂਲ ਕਿਟ ਦੇ ਵਿੱਚ ਜੋ ਹੁਣ ਤੱਕ ਕਿਸਾਨਾਂ ਦੀ ਕਾਰਵਾਈ ਹੋਈ ਹੈ, ਜਿੰਨੀਆਂ ਮੀਟਿੰਗਾਂ ਹੋਈਆਂ, ਜਿੰਨੀ ਉਹਨਾਂ ਦੀ ਗੱਲਬਾਤ ਹੋਈ ਹੈ, ਜੋ ਕੁਝ ਕਿਸਾਨਾਂ ਦੀ ਮੰਗਾਂ ਉਹ ਸਾਰੀਆਂ ਪਾ ਕੇ ਇੱਕ ਜਗ੍ਹਾ ਤੇ ਇੱਕ ਡਾਇਰੀ ਬਣਾਤੀ, ਜਿਹਨੂੰ ਟੂਲ ਕਿਟ ਕੇ ਗਿਆ। ਉਹਨੇ ਗਲਤ ਕੁਝ ਕੀਤਾ ਹੀ ਨਹੀਂ ਜੀ ਜੀ ਜੀ। ਸਿਰਫ ਇੱਕ ਜ਼ੂਮ ਤੇ ਜਿਹੜੀ 70 ਵਿਅਕਤੀਆਂ ਦੀ ਇੱਕ ਮੀਟਿੰਗ ਹੋਈ, ਉਹਦੇ ਕਰਕੇ ਇਹਨਾਂ ਕਹਿਤਾ ਵੀ ਜਿਹੜਾ ਮੋਹ ਧਾਰੀਵਾਲ ਹੈਗਾ ਵਾ ਕੈਨੇਡਾ ਦਾ, ਉਹ ਖਾਲਿਸਤਾਨੀ, ਲੇਕਿਨ ਉਹਦਾ ਖਾਲਿਸਤਾਨ ਦਾ ਕਿਤੇ ਵੀ ਨਾਂ ਨਹੀਂ ਜਾ ਕੇ ਜੁੜਦਾ, ਕਿਉਂਕਿ ਉਹ ਮਨੁੱਖੀ ਅਧਿਕਾਰਾਂ ਦਾ ਕਾਰਕੁਨ ਹੈ ਬੇਸਿਕਲੀ।
ਲੇਕਿਨ 26 ਜਿਹੜੀ ਜਨਵਰੀ ਦੀ ਘਟਨਾ ਸੀ ਉਹਨੂੰ ਵੇਖ ਕੇ ਜ਼ਰੂਰ ਨੇ ਕਹਿਤਾ ਵੀ ਇਹਨੂੰ ਮੁਝੇ ਤੇ ਖਾਲਸਾ ਚੰਗਾ, ਜੋ ਇਹ ਕਰ ਰਹੇ ਸਾਡੇ ਨਾਲ ਸਿੱਖਾਂ ਨਾਲ ਕਰ ਰਹੇ ਨੇ। ਉਹ ਇੰਨੀ ਗੱਲ ਕਹਿਣ ਦੇ ਉੱਤੇ ਵਿਚਾਰਾ ਫਸ ਗਿਆ ਤੇ ਉਹਦੇ ਵਿੱਚ ਕਹਿਤਾ ਜੀ ਖਾਲਿਸਤਾਨ। ਦੇਸ਼ਾਂ ਦੀ ਗੱਲ ਕੀਤੀ ਗਈ, ਵੇਖੋ ਦੋ ਬੰਦੇ ਨੇ। ਜਿਹੜਾ ਗ੍ਰਹਿ ਮੰਤਰੀ ਹਰਿਆਣੇ ਦਾ ਵਾ ਉਹਨੇ ਕੀ ਕਿਹਾ ਵੀ ਇਹੋ ਜਿਹੇ ਬੰਦਿਆਂ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ, ਦਿਸ਼ਾ ਬਾਰੇ ਕਿਹਾ। ਜਿਹੜਾ ਪੀਸੀ ਮੋਹਨ ਇੱਕ ਸੰਸਦ ਮੈਂਬਰ ਆ ਸਾਊਥ ਦਾ, ਉਹਨੇ ਕਿਹਾ ਵੀ ਇਹ ਅੱਤਵਾਦੀ ਆ, ਵੱਖਵਾਦੀ, ਇਹਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ। ਪਰ ਉਹਨਾਂ ਨੂੰ ਇਹ ਯਾਦ ਨਹੀਂ, ਕਠੂਆ ਦੇ ਵਿੱਚ ਜਦੋਂ 8 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ ਸੀਗਾ ਤੇ 2 ਮੰਤਰੀ ਜਿਹੜੇ ਸੀ ਜੰਮੂ ਕਸ਼ਮੀਰ ਦੇ ਆ ਕੇ ਉਹ ਦੋਸ਼ੀਆਂ ਦੇ ਹੱਕ 'ਚ ਭੁਗਤਦੇ ਰਹੇ ਜੀ, ਰੈਲੀਆਂ ਕਰਦੇ ਰਹੇ, ਉੱਥੇ ਮਾਰਚ ਕਰਦੇ ਰਹੇ ਉੱਥੇ। ਤੇ ਜਦੋਂ ਉਹਦੀ ਜਾਂਚ ਹੋਈ ਤੇ ਸਾਬਤ ਹੋ ਗਿਆ ਵੀ ਇਹਨਾਂ ਲੋਕਾਂ ਨੇ ਇਹਨਾਂ ਬਲਾਤ ਕੀਤਾ, ਜਿਹਦਾ ਕੇਸ ਜਿਹੜਾ ਅੱਜ ਕੱਲ ਪਠਾਨਕੋਟ ਅਦਾਲਤ ਚੱਲ ਰਿਹਾ ਜੀ। ਉਦੋਂ ਤੇ ਇਹਨਾਂ ਨੂੰ ਕੋਈ ਭੀੜ ਨਹੀਂ ਹੋਈ, ਜਾਂ ਤਾਂ ਉਦੋਂ ਵੀ ਕਹਿੰਦੇ ਵੀ ਗਲਤ ਇਹਨੂੰ ਫਾਂਸੀ ਲਾਈ ਜਾਵੇ, ਉਦੋਂ ਤੁਸੀਂ ਹੱਕ 'ਚ ਭੁਗਤ ਰਹੇ ਦੋਸ਼ੀਆਂ ਦੇ ਵਿੱਚ। ਜਿਹਦਾ ਕੀਤਾ ਕੁਝ ਨੂੰ ਤੁਸੀਂ ਫਾਂਸੀ ਦੀ ਗੱਲ ਕਰਦੇ ਜੀ। ਹਾਥਰਸ ਦੀ ਘਟਨਾ ਵਾਪਰੀ, ਗੁੜੀਆ ਦਾ ਤੁਸੀਂ ਜਿਹੜਾ ਸੀ ਸੰਸਕਾਰ ਕਰਤਾ ਬਿਨਾਂ ਉਹਦੇ ਮਾਂ ਪਿਓ ਦੀ ਪੁੱਛਿਆ। ਜਿਹੜੀ ਉਹਨਾਂ ਦੀ ਰਵਾਇਤ ਹੁੰਦੀ ਆਪਣੀ ਧੀ ਨੂੰ ਆਖਰੀ ਸਮੇਂ ਮਹਿੰਦੀ ਲਾਉਣ ਦੀ, ਤੁਸੀਂ ਉਹ ਵੀ ਨਹੀਂ ਲਾਉਣ ਦਿੱਤੀ। ਉਦੋਂ ਤਾਂ ਤੁਹਾਨੂੰ ਚੇਤਾ ਨਾ ਆਇਆ ਵੀ ਇੱਥੇ ਵੀ ਅਸੀਂ ਕੁਝ ਕਹੀਏ। ਬਿਲਕੁਲ ਜੀ। ਫਿਰ ਸੈਂਗਰ ਜਿਹੜਾ ਸੀਗਾ, ਕੁਲਦੀਪ ਸੈਂਗਰ ਨੂੰ ਤੁਸੀਂ 15 ਮਹੀਨੇ ਬਾਅਦ ਆ ਕੇ ਉਦੋਂ ਸਸਪੈਂਡ ਕੀਤਾ ਆਪਣੀ ਪਾਰਟੀ ਦੇ ਵਿੱਚ, ਜਦੋਂ ਅਦਾਲਤ ਨੇ ਸਜ਼ਾ ਸੁਣਾਤੀ। ਜਿਹਨੇ ਇੱਕ ਪਰਿਵਾਰ ਜਾਗਤਾ, ਇੱਕ ਬੱਚੀ ਇੱਕ ਨੌਕਰੀ ਲੈਣ ਗਈ ਸੀ ਵੀ ਵਿਧਾਇਕ ਆ, ਤੇ ਜੋ ਬੱਚੀ ਦਾ ਹਾਲਤ ਹੋਈ ਉਹਨੇ ਆ ਕੇ ਦੱਸੀ, ਉਹਦੀ ਮਾਂ ਮਾਰਤੀ, ਉਹਦਾ ਮਾਸੜ ਮਾਰਤਾ, ਉਹਦੇ ਪਿਓ ਨੂੰ ਜੇਲ੍ਹ 'ਚ ਕੁੱਟ-ਕੁੱਟ ਕੇ ਮਾਰਤਾ, ਬੁਰਾ ਹਾਲ, ਪਰਿਵਾਰ ਤਬਾਹ ਕਰਤਾ ਜੀ। ਉਦੋਂ ਇਹ ਜਿਹੜੇ ਮਿੱਤ ਜਿਹੜੇ ਸਾਡਾ ਗ੍ਰਹਿ ਮੰਤਰੀ ਸੀ ਤੇ ਉਹ ਸੰਸਦ ਵਿੱਚ ਕਿੱਥੇ ਗਏ ਸੀ ਉਦੋਂ? ਉਦੋਂ ਇਹਨਾਂ ਦੀ ਅਕਲ ਘਾਹ ਚੱਲ ਗਈ ਸੀ ਜੀ, ਉਦੋਂ ਇਹ ਨਹੀਂ ਬੋਲੇ। ਲੇਕਿਨ ਇਹਦੇ ਵਿੱਚ ਜੱਜ ਨੇ ਧਰਮਿੰਦਰ ਰਾਣਾ ਨੇ ਇਹ ਗੱਲ ਕਹਿਤੀ ਆ ਕਿ ਬਿਲਕੁਲ ਕੋਈ ਦੇਸ਼ ਦਾ ਮਾਮਲਾ ਤੇ ਨਹੀਂ ਬਣਦਾ। ਜਿਹੜਾ ਸਿਵਲ ਜੁਡੀਸ਼ੀਅਲ ਜੱਜ ਛੋਟਾ ਜੱਜ ਸੀ ਉਹਨੇ ਬਕਾਇਦਾ ਤੌਰ ਤੇ ਲਾਇਆ ਸੀ ਵੀ ਸਾਨੂੰ 5 ਦਿਨ ਦਾ ਹੋਰ ਮਾਰ ਦਿੱਤਾ ਜਾਵੇ ਜੀ। ਉਹ ਰਿਮਾਂਡ ਤੇ ਵਿਚਾਰ ਕਰ ਲਿਆ ਤੇ ਸੈਸ਼ਨ ਜੱਜ ਨੇ ਉਹਦੀ ਬੇਲ ਲੈ ਲਈ ਸੀ ਤੇ ਫਿਰ ਉਹਨੂੰ ਕੈਂਸਲ ਕਰਨਾ ਪਿਆ ਸਭ ਕੁਝ। ਹੁਣ ਉਹਨੇ ਕਹਿਤਾ ਬਿਲਕੁਲ ਜਿਹੜੀ ਦਿਸ਼ਾ ਵਾ ਇਹ ਤੁਹਾਨੂੰ ਸਹਿਯੋਗ ਕਰੇਗੀ ਹਰ ਪੁੱਛਗਿੱਛ ਦੇ ਵਿੱਚ, ਦਿਸ਼ਾ ਕਿਤੇ ਬਾਹਰ ਵਿਦੇਸ਼ ਨਹੀਂ ਜਾਏਗੀ, ਔਰ ਦਿਸ਼ਾ ਜਿਹੜੀ ਆ ਉਹ ਬਿਲਕੁਲ ਦੇਸ਼ ਧਰੋਹ ਨਹੀਂ ਜੀ। ਉੱਥੇ ਦੇਸ਼ ਧਰੋਹ ਦਾ ਕੇਸ ਫਾਈਨਲ ਨਹੀਂ ਹੁੰਦਾ, ਤੁਸੀਂ ਸਾਬਤ ਹੀ ਨਹੀਂ ਕਰ ਸਕੇ ਕੋਰਟ 'ਚ ਆ ਕੇ ਜੀ। ਇਸ ਕਰਕੇ ਉਹਦੀ ਮਾਂ ਕਹਿੰਦੀ ਵੀ ਮੇਰੀ ਧੀ ਬੜੀ ਮਜ਼ਬੂਤ ਆ, ਉਹਨੇ ਮਜ਼ਬੂਤੀ ਨਾਲ ਗੱਲ ਕੀਤੀ, ਬਾਅਦ ਚਿੰਤਾ ਨਹੀਂ ਕਰਨੀ ਕਿਸੇ ਗੱਲ ਦੀ। ਜੇ ਮੈਂ ਇਹ ਕਿਸਾਨਾਂ ਦੀ ਬਾਜ਼ ਉਠਾ ਕੇ ਕਿਸਾਨਾਂ ਦੇ ਹੱਕ ਦੀ ਗੱਲ ਕਰੀ, ਗਲਤੀ ਕੀਤੀ ਤੇ ਮੈਨੂੰ ਜੇਲ੍ਹ 'ਚ ਰਹਿਣ ਦੇ, ਕੋਈ ਗੱਲ ਨਹੀਂ, ਬਾਹਰ ਦੀ ਲੋੜ ਨਹੀਂ ਮੈਨੂੰ ਜੀ। ਲੇਕਿਨ ਉਹ ਕਹਿੰਦੀ ਮੇਰੀ ਧੀ ਆਏਗੀ, ਮੈਂ ਉਹਨੂੰ ਪਿਆਰ ਕਰੂੰਗੀ, ਉਹਨੂੰ ਖਾਣਾ ਖਿਲਾਊਂਗੀ, ਉਹਦੀ ਹਿਫਾਜ਼ਤ ਕਰੂੰਗੀ, ਜੋ ਮੇਰੀ ਧੀ ਨੇ ਕੀਤਾ ਬਿਲਕੁਲ ਠੀਕ ਕੀਤਾ। ਵੇਖੋ 2 ਲੜਕੀਆਂ ਨੇ, ਨੌਦੀਪ ਦੀ ਉਮਰ ਉਨੀ ਤੇ ਦਿਸ਼ਾ ਦੀ ਵੀ ਉਮਰ ਉਨੀ ਹੈ, ਦੋਵੇਂ ਬੜੀ ਦ੍ਰਿੜਤਾ ਨਾਲ ਲੜ ਰਹੀਆਂ ਨੇ। ਨੌਦੀਪ ਵੇਖੋ 12 ਜਨਵਰੀ ਨੂੰ ਜਦੋਂ ਪ੍ਰੋਫੈਸਰ ਪ੍ਰੀਤਮ ਸੋਈ ਕਹਿ ਰਹੇ ਨੇ ਜੀ, ਉਹ ਕਹਿੰਦੇ ਆ ਵੀ ਉਹ 2000 ਮਜ਼ਦੂਰਾਂ ਦੀ ਅਗਵਾਈ ਕਰ ਰਹੀ ਸੀ ਉਦੋਂ ਉਸ ਟਾਈਮ। ਅੱਛਾ ਜੀ। ਜਦੋਂ ਉਹਨੂੰ ਚੁੱਕਿਆ ਗਿਆ, ਉਹ ਕਿਸਾਨਾਂ ਦੇ ਹੱਕ ਸੀਗੀ ਜੀ। ਫਿਰ ਇੱਕ ਫੈਕਟਰੀ ਵਾਲੇ ਪਾਸੇ ਜਾ ਰਹੇ ਸੀ ਕਿ ਅਸੀਂ ਇਨਸਾਫ ਲੈਣਾ, ਪੁਲਿਸ ਆਈ, ਪੁਲਿਸ ਨੇ ਅੱਗਾ ਨਹੀਂ ਵੇਖਿਆ ਪਿੱਛਾ ਨਹੀਂ ਵੇਖਿਆ, ਲਾਠੀ ਚਾਰਜ ਕਰਤਾ, ਬੰਦੇ ਚੁੱਕ ਕੇ ਲੈ ਗਏ, ਇਹਨੂੰ ਚੁੱਕ ਕੇ ਲੈ ਗਈ, ਜਿਹੜਾ ਇਹਨਾਂ ਦੇ ਮਜ਼ਦੂਰ ਸੰਗਠਨ ਦਾ ਆਗੂ ਸੀ ਉਹਨੂੰ ਚੁੱਕ ਕੇ ਲੈ ਗਈ ਸ਼ਿਵ ਕੁਮਾਰ ਜੀ ਜੀ। ਕਹਿਣ ਤੋਂ ਭਾਵ ਵੀ ਗੁੰਡਾਗਰਦੀ ਪੂਰੀ ਕੀਤੀ ਜਾਂਦੀ ਆ। ਹੁਣ ਇੱਕ ਉਹ ਵੀ ਆ, ਦੇਖੋ ਆਪਾਂ ਕੱਲ ਵੀ ਗੱਲ ਕੀਤੀ, ਸਿੱਖਾਂ ਨੂੰ ਪਲੋਸ ਰਹੇ ਨੇ, ਮੁਸਲਮਾਨਾਂ ਤੇ ਕਾਮੜੇ ਨੂੰ ਦਲਤਾਂ ਨੂੰ ਠੋਕ ਰਹੇ। ਬਿਲਕੁਲ ਜੀ। ਉਹਦੇ ਵਿੱਚ ਹੁਣ ਇਹ ਦਲਿਤ ਕੁੜੀ ਸੀ ਜਿਹਦੇ ਕਰਕੇ ਉਹਨੂੰ ਖਮਿਆਜਾ ਭੁਗਤਣਾ ਪਿਆ ਜੀ। ਇਸ ਕਰਕੇ 26 ਨੂੰ ਜਦੋਂ ਉਹਦੀ ਜ਼ਮਾਨਤ ਹੋਏਗੀ, ਉਹ ਬਾਹਰ ਆਏਗੀ, ਉਹ ਕਹਿੰਦੀ ਆਪਾਂ ਵੇਖੋ ਜੰਗ ਲੜਨੀ ਆ ਮਜ਼ਦੂਰਾਂ ਦੇ ਹੱਕ ਦੇ, ਆਪਣੀ ਜੰਗ ਜਾਰੀ ਰਹੇਗੀ, ਬੇਸ਼ੱਕ ਜਿੰਨੇ ਮਰਜ਼ੀ ਮੁਕੱਦਮੇ ਦਰਜ ਕਰ ਲੈਣ। ਮਹਿੰਦਰ ਸਿੰਘ ਟਕੈਤ ਦੇ, ਰਕੇਸ਼ ਟਕੈਤ ਦੇ ਫਾਦਰ ਸੀ, ਉਹਦੇ ਖਿਲਾਫ 350 ਮੁਕੱਦਮੇ ਦਰਜ ਕੀਤੇ ਸੀ ਸਰਕਾਰਾਂ ਨੇ ਜੀ। 350 ਮੁਕੱਦਮੇ ਮਿਲ ਕੇ ਕੈਂਸਲ ਕਰਦੇ ਕਿੰਨੇ ਲੱਗ ਜਾਂਦਾ। ਜੇ ਇੱਕ ਕੇਸ 10 ਦਿਨ ਵੀ ਹੁੰਦੇ ਜਾਂ 20 ਦਿਨ ਵੀ ਕੈਦ ਕੱਟੀ ਹੋਈ, ਕਿੰਨੇ ਲੱਗ ਜਾਂਦੇ ਜੀ। ਤੇ 44 ਮੁਕੱਦਮੇ ਤੇ ਰਕੇਸ਼ ਟਕੈਤ ਵੀ ਦਰਜ ਚੁੱਕੇ ਹੁਣ ਤੱਕ। ਇਸ ਕਰਕੇ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨਾ ਝਾੜੂ ਕਿਸਮ ਦੇ, ਮੁਕੱਦਮੇ ਕਰਵਾ ਨਹੀਂ ਕਰਦੇ, ਉਹ ਆਪਣਾ ਕੰਮ ਕਰੀ ਜਾਂਦੇ ਜੀ ਜੀ ਜੀ। ਖਾਲਸਾ ਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਦਾਨੇਵਾਲੀ ਸਾਹਿਬ ਤੇ ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਮੈਂ ਤਾਂ ਨੇੜੇ ਹੀ ਗੱਲ ਮੁਕਾਉਣੀ ਚਾਹੁੰਦਾ ਕਿ ਜੀ, ਜੀ। ਮੋਦੀ ਰਾਜ ਤੇ ਔਰੰਗਜ਼ੇਬ ਦੇ ਰਾਜ ਵਿੱਚ ਕੋਈ ਫਰਕ ਹੈ? ਇਹ ਔਰੰਗਜ਼ੇਬ ਦੇ ਪੈਰੋਕਾਰੀ ਹੈ, ਉਹੀ ਉਹਨਾਂ ਦੀ ਔਲਾਦ ਹੀ ਹੈ ਇਹ ਜੋ ਕੁਝ ਕਰ ਰਹੇ ਹੈ। ਇਹ ਦੱਸੋ ਜੀ। ਵੇਖੋ ਜੀ, ਜਿਹੜੀ ਇੱਕ ਰੈਲੀ ਹੋਈ ਸੀ ਅਮਰੀਕਾ ਬਰਨਾਲੇ ਤੇ ਉਹਦੇ ਵਿੱਚ ਸਟੇਜ ਤੋਂ ਕਹਿ ਦਿੱਤਾ ਸੀ ਰੁਲਦੂ ਸਿੰਘ ਨੇ ਵੀ ਇਹ ਹਿਟਲਰ ਦੇ ਵਿੱਚ ਤੇ ਮੋਦੀ ਚ ਕੋਈ ਫਰਕ ਨਹੀਂ, ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਰਿਹਾ ਜੀ। ਹਿਟਲਰ ਨੂੰ ਉਹਨੇ ਇੱਥੋਂ ਕਹਿ ਦਿੱਤਾ ਵੀ ਹਿਟਲਰ ਨੂੰ ਆਖਰਕਾਰ ਮੁੜ ਕੇ ਸੁਸਾਈਡ ਕਰਨੀ ਪਈ ਸੀ। ਅਸੀਂ ਨਹੀਂ ਕਹਿੰਦੇ ਵੀ ਮੋਦੀ ਸਾਹਿਬ ਇਹ ਕਰਨਗੇ ਜੀ। ਅਸੀਂ ਇਹ ਗੱਲ ਕਹਿੰਦੇ ਆ ਵੀ ਇਹਨਾਂ ਨੂੰ ਹਿਟਲਰਸ਼ਾਹੀ ਬੰਦ ਕਰਕੇ ਡੈਮੋਕ੍ਰੇਸੀ ਦੀ ਗੱਲ ਕਰਕੇ ਕਿਸਾਨਾਂ ਦੀ ਗੱਲ ਬਿਨਾਂ ਕਿਸੇ ਦੇਰੀ ਤੋਂ ਸੁਣੀ ਜਾਣੀ ਚਾਹੀਦੀ। ਦੂਜੇ ਪਾਸੇ ਸਾਡੇ ਟਕੈਤ ਸਾਹਿਬ ਵੀ ਬੜੇ ਬਹਾਦਰ ਬੰਦੇ ਆ ਜੀ। ਉਹਨਾਂ ਨੇ ਕਹਿਤਾ ਜੀ ਅੱਗੇ 4 ਲੱਖ ਟਿਕਟ ਗਿਆ ਸੀ, ਹੁਣ 40 ਲੱਖ ਟਿਕਟ ਜਾਣਗੇ ਉੱਥੇ। ਅੱਛਾ ਜੀ। ਜਿਹੜੀ ਕੱਲ ਰਾਜਸਥਾਨ ਚ ਉਹਨਾਂ ਸਪੀਚ ਕੀਤੀ। ਹਾਂਜੀ। ਜੇ ਇੱਕ ਟਰੈਕਟਰ ਦੇ ਉੱਤੇ 3 ਬੰਦੇ ਬਹਿੰਦੇ ਆ ਤੇ 1 ਕਰੋੜ ਤੇ 20 ਲੱਖ ਬੰਦੇ ਬਣਦੇ ਤੇ ਜਾ ਕੇ ਰੱਖਣੇ ਕਿੱਥੇ ਉੱਥੇ ਦਿੱਲੀ ਦੇ ਵਿੱਚ। ਫਿਰ ਅਗਲੀ ਗੱਲ ਕਹਿਤੀ ਵੀ ਜਿਹੜੇ ਉੱਥੇ ਇੰਡੀਆ ਗੇਟ ਦੇ ਸਾਹਮਣੇ ਪਾਰਕ ਬਣੇ ਉਹ ਵਾਹ ਕੇ ਉੱਥੇ ਫਸਲ ਬੀਜਾਂਗੇ ਸੀ ਜੀ। ਇਹ ਗੱਲਾਂ ਕਣੀਆਂ ਸੁਭਦੀਆਂ ਨਹੀਂ ਹੈ, ਕਿਉਂਕਿ ਨਾਲ ਫਿਰ ਵੀ ਕਹਿਤਾ ਵੀ ਇਹਦਾ ਟਾਈਮ ਸਮਾਂ ਡੇਟ ਇਹ ਸਾਡੇ ਪੰਚ ਵੀ ਉਹੀ ਤੇ ਮੰਚ ਵੀ ਉਹੀ ਸੰਯੁਕਤ ਮੋਰਚੇ ਦੇ ਸਾਰੇ ਆਗੂ ਦੇਣਗੇ। ਇੱਥੋਂ ਮੈਂ ਕੋਈ ਟਾਈਮ ਨਹੀਂ ਦੇ ਸਕਦਾ ਜੀ। ਭਾਵੇਂ ਇਹ ਦਬਕਾ ਸਮਝ ਲਓ ਜਾਂ ਹੌਸਲਾ ਕਿਸਾਨਾਂ ਨੂੰ ਸਮਝ ਲਓ, ਲੇਕਿਨ ਗੱਲ ਉਹਨਾਂ ਬੜੀ ਵੱਡੀ ਕਹੀ ਹੈ ਵੀ 4 ਲੱਖ ਟਰੈਕਟਰ ਐਸ ਤੇ ਕੀ ਹਾਲਤ ਹੋਈ ਜੇ 40 ਲੱਖ ਆ ਗਿਆ ਤੇ ਮੁੜ ਕੇ ਸਾਹਮਣਾ ਕਿਵੇਂ ਉਹਨੂੰ। ਜੀ। ਬਿਲਕੁਲ ਜੀ। ਸਾਹਮਣਾ ਤਾਂ ਗੱਲ ਇਹ ਹੈ ਨਾ ਵੀ ਉਦੋਂ ਪਹਿਲਾਂ ਖਲਾਰਾ ਨਾ ਪਵਾ ਦੇਣੇ, ਇਹ ਬੜਾ ਕੁਝ ਕਰੂਗੀਆਂ ਸਰਕਾਰਾਂ ਨੇ। ਤੁਹਾਨੂੰ ਪਤਾ ਪੱਟੀ ਸਾਹਿਬ, ਤੁਹਾਨੂੰ ਵੀ ਪਤਾ ਕਿ ਜਦੋਂ ਆਪਣਾ ਸੰਘਰਸ਼ ਸੀਗਾ, ਮਿਲੀਟੈਂਸੀ ਸੀ, ਉਹਨੂੰ ਅੱਤਵਾਦ ਦਾ ਰੂਪ ਕਿਵੇਂ ਦਿੱਤਾ, ਕਿਵੇਂ ਲੁਟੇਰਾ ਅੰਸਰ ਵਿੱਚ ਵਾੜੇ, ਕਿਵੇਂ ਧੀਆਂ ਭੈਣਾਂ ਦੀ ਇੱਜ਼ਤ ਲੁਟਵਾਈ, ਕਿਵੇਂ ਫਿਰ ਉਹ ਕੁਝ ਕੀਤਾ, ਇਹ ਸਾਰਾ ਹੀ ਪਤਾ। ਇਸ ਸੰਘਰਸ਼ ਨੂੰ ਕਿਵੇਂ ਤਾਰਪੀਡੋ ਕੀਤਾ। ਫਿਰ ਉਹੀ ਬੰਦੇ ਅਮਰੀਕਾ ਕੈਨੇਡਾ ਵੀ ਭੇਜੇ ਤੇ ਜਿਹੜੇ ਅੱਜ ਵੀ ਏਜੰਸੀਆਂ ਲਈ ਕੰਮ ਕਰ ਰਹੇ ਨੇ ਤੇ ਕੀ ਕੁਛ ਕਰ ਰਹੇ ਨੇ ਸਿੱਖਾਂ ਦੇ ਨਾਲ। ਬਿਲਕੁਲ ਜੀ, ਬਿਲਕੁਲ। 1984 ਤੋਂ ਬਾਅਦ ਜਿਹੜੇ ਬੰਦੇ ਦਰਬਾਰ ਸਾਹਿਬ ਦੇ ਬੜੇ, ਉਹਨਾਂ ਦੀ ਅਗਵਾਈ ਕੌਣ ਕਰ ਰਿਹਾ ਸੀ? ਜਿਹੜਾ ਕਹਿੰਦਾ ਸੀ ਮੈਂ ਪਾਕਿਸਤਾਨ ਆਰਮੀ ਦਾ ਕਰਨਲ ਆ, ਤੁਹਾਡੇ ਵਾਸਤੇ ਆਇਆ ਇੱਥੇ ਜੀ। ਹੈ ਉਹ ਆਈਬੀ ਦਾ ਬੰਦਾ ਸੀਗਾ। ਅੱਜ ਕੱਲ ਉਹ ਬੜੇ ਇੱਕ ਵੱਡੇ ਅਹੁਦੇ ਤੇ ਬੈਠਾ ਤੇ ਨਾਲੇ ਪਤਾ ਵੀ ਉਹ ਹੈ, ਉਹ ਐਡੀ ਛੇਤੀ ਸਰਕਾਰ ਦਾ ਜਿਹੜਾ ਉਹ ਸਲਾਹਕਾਰ ਹੈ ਤੇ ਐਡੀ ਛੇਤੀ ਫਿਰ ਸਰਕਾਰ ਨੂੰ ਡਿੱਗਣ ਨਹੀਂ ਦਿੰਦਾ ਉਹ। ਤੇ ਉਹਨੇ ਜਦੋਂ ਕੀਤਾ ਉਹਦੀ ਜਾ ਕੇ ਜਿਹੜੇ ਸਾਡੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਾਲੇ, ਉਹਨਾਂ ਦੇ 4 ਪੇਜ ਦੀ ਚਵਰਕੀ ਬਾਤ ਕੱਢੀ ਸੀ ਜਿਹਦੇ ਵਿੱਚ ਬੜਾ ਕੁਝ ਲਿਖਿਆ ਸੀ ਇਹਦੇ ਬਾਰੇ ਚ। ਤੇ ਚਲੋ ਆਪਾਂ ਗਾਂ ਇੰਨੀ ਬੜੀ ਲੋਕ ਸਮਝ ਜਾਣ ਜੀ ਵੀ ਇਹ ਸਰਕਾਰਾਂ ਨੇ ਭਾਈ, ਇਹ ਤੁਸੀਂ ਕਈ ਜਿਹੜੇ ਬਾਹਰਲੇ ਦੇਸ਼ਾਂ 'ਚ ਵੀ ਏਜੰਡੇ ਦੇ ਤਹਿਤ ਕੰਮ ਹੋ ਰਿਹਾ, ਤੁਹਾਨੂੰ ਤੋੜਿਆ ਜਾ ਰਿਹਾ ਸੰਘਰਸ਼ ਦੇ ਨਾਲ। ਉਹਦੀ ਸ਼ਬਦ ਹੁੰਦੇ ਸੀ, ਆਂਦੇ ਵੀ ਜਦੋਂ ਪੌੜੀ ਤੇ ਚੜ੍ਹ ਲੱਗਦਾ ਤਾਂ ਬੰਦਾ ਸਾਡੇ ਧਿਆਨ 'ਚ ਹੁੰਦਾ। ਅਸੀਂ ਨੂੰ 1 ਡੰਡੇ ਤੇ 2 ਡੰਡੇ ਤੇ 3 ਡੰਡੇ ਤੇ 4 ਡੰਡੇ ਕੁਛ ਨਹੀਂ ਕਹਿੰਦੇ ਵੀ ਜੇ ਇੱਥੇ ਸੁੱਟ ਲਿਆ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਤੇ ਇਹਦਾ ਕੁਝ ਵਿਗੜਨਾ ਨਹੀਂ ਜੀ। ਜਦੋਂ ਉੱਪਰ ਨਹੀਂ ਜਾਂਦਾ ਫਿਰ ਥੱਲੇ ਸੁੱਟਦੇ ਕਿ ਲੱਤ ਬਾਹਰ ਟੁੱਟ ਜੇ ਤੇ ਜੇ ਇਹ ਰਵੇ ਵੀ ਨਾ। ਇਸ ਕਰਕੇ ਅਜੇ ਸਰਕਾਰਾਂ ਨੇ ਜਦੋਂ ਫਿਰ ਇਹ ਮੋਰਚਾ ਪੀਕ ਤੇ ਗਿਆ, ਬੜੇ ਢੰਗ ਤਰੀਕੇ ਅਪਣਾਉਣੇ ਆ, ਬੜਾ ਕੁਛ ਕਰਨਾ ਉਹਨਾਂ ਨੇ। ਲੇਕਿਨ ਸਾਡੇ ਲੀਡਰਾਂ ਨੂੰ ਜਿਹੜਾ ਸੁਚੇਤ ਰਹਿਣਾ ਪਊਗਾ, ਲੋਕਾਂ ਨੂੰ ਸੁਚੇਤ ਰਹਿਣਾ ਪਊਗਾ, ਖਾਸ ਕਰਕੇ ਨੌਜਵਾਨਾਂ ਨੂੰ ਸੁਚੇਤ ਰਹਿਣਾ ਪੈਣਾ ਜੀ। ਨੌਜਵਾਨ ਜਿਹੜੇ ਨੇ ਬਹੁਤ ਛੇਤੀ ਗੁੱਸਾ ਕਰ ਜਾਂਦੇ ਨੇ, ਉਹ ਸਮਝਦੇ ਨਹੀਂ ਗੱਲ ਨੂੰ। ਬਿਲਕੁਲ। ਵੇਖੋ ਜਦੋਂ ਇਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਜਾਣ ਦਾ 26 ਜਨਵਰੀ ਦਾ, ਰੂਟ ਤੈਅ ਹੋਇਆ ਸੀ। ਰੂਟ ਤੈਅ ਕਿਉਂ ਹੋਇਆ ਸੀ? ਹੋਇਆ ਕੀ ਸੋਚਿਆ ਜੀ 300 ਵਲੰਟੀਅਰ ਇਹਨਾਂ ਨੇ ਵਾਈਫਾਈ ਵਾਲਾ ਲੈ ਲਿਆ। ਟੀ-ਸ਼ਰਟਾਂ ਦੇਤੀਆਂ ਵੀ ਤੁਸੀਂ ਟ੍ਰੈਫਿਕ ਜਿਹੜੀ ਚਾਲੂ ਰੱਖਣੀ ਹੈ ਤੇ ਟਰੈਕਟਰ ਭਜਾ ਕੇ ਕੋਈ ਅੱਗੇ ਨਾ ਆਵੇ, ਉਹ ਭਰਾ ਨੂੰ ਹੱਥ ਜੋੜ ਕੇ ਰੋਕਣਾ ਜੀ। ਉਹਦੇ ਸਭ ਤੋਂ ਅੱਗੇ ਲਾਇਆ ਸੀ ਵੀ ਜਿਹੜੇ ਸਾਡੇ ਆਗੂ ਹੋਣਗੇ ਉਹਨਾਂ ਦੀਆਂ ਗੱਡੀਆਂ ਕਾਰਾਂ ਚੱਲਣਗੀਆਂ, ਗੱਡੀਆਂ ਟਰੈਕਟਰ ਚੱਲਣਗੇ, ਗੱਡੀ ਹੋਊਗੀ ਟਰੈਕਟਰ ਹੋਊਗੀ। ਉਹਦੇ ਪਿਛਲੇ ਬੀਬੀਆਂ ਟਰੈਕਟਰ ਲੈ ਕੇ ਚੱਲਣਗੀਆਂ। ਜਿਹੜੇ ਜਸ਼ੀਲੇ ਜਵਾਨ ਹੋਣਗੇ ਉਹ 3 ਨੰਬਰ ਤੇ ਹੋਣਗੇ ਵੀ ਕਿਸੇ ਕਿਸਮ ਦੀ ਗੜਬੜ ਨਾ ਹੋਵੇ। ਹਾਂਜੀ। ਲੇਕਿਨ ਉਹਨਾਂ ਦੀ ਉਹ ਜਿਹੜੀ ਸਕੀਮ ਸੀ ਉਹਨੂੰ ਬੂਰ ਨਹੀਂ ਪਿਆ। ਉਹ ਜੋ ਹੋਇਆ ਤੁਹਾਡੇ ਸਾਹਮਣੇ। ਬਾਕੀ ਤੇ ਪੱਟੀ ਸਾਹਿਬ ਹੁਣ ਕਹਿੰਦੇ ਦਰਬਾਰ ਸਾਹਿਬ ਦੇ ਵਿੱਚ ਵੀ ਕੋਈ ਅਣਸਖਾਵੀ ਘਟਨਾ ਵਾਪਰ ਸਕਦੀ ਹੈ। ਕੀ ਹੈ ਜੀ ਘਟਨਾ, ਇਹ ਕੀ ਗੱਲ ਹੈ? ਵੇਖੋ ਜੀ, ਦਰਬਾਰ ਸਾਹਿਬ ਦੇ ਵਿੱਚ
ਕਰਪਸ਼ਨ ਦਾ ਬੜਾ ਬੋਲਬਾਲਾ। ਦਰਬਾਰ ਸਾਹਿਬ ਦੇ ਵਿੱਚ 4 ਬੰਦੇ ਜਿਹੜੇ ਆ ਚੰਦੋਆ ਜਿਹੜੇ ਵੇਚ ਸਕਦੇ, ਜਿੱਥੋਂ ਤੁਸੀਂ ਉਹਨਾਂ ਦਿੱਤੇ ਵੀ ਇਹ 4 ਬੰਦੇ ਤੌਥਰੇ ਕੀਤੇ ਵੀ ਇਹ 4 ਦੁਕਾਨਾਂ ਤੁਸੀਂ ਚੰਦੋਆ ਲੈ ਸਕਦੇ। ਪਿੱਛੇ ਜੇ ਇੱਕ ਮੈਨੇਜਰ ਸੀ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਖਾਸਮ ਖਾਸ, ਤੇ ਉਹ ਇੱਕ ਚੰਦੋਏ ਪਿੱਛੇ 50,000 ਰੁਪਇਆ ਬੰਦੇ ਕੋਲ ਲੈਂਦਾ ਸੀ ਜੀ, ਵੀ ਤੇਰੇ ਕੋਲ 50,000 ਲੈਣਾ ਹੀ ਮੈਂ, ਤੇ ਜੇ ਮੈਂ ਭੇਜਾਂਗਾ ਕਿਤੇ ਵੱਧ ਲੈਣਾ। ਅੱਛਾ ਜੀ। ਤੇ 50,000 ਲੈਂਦਾ ਸੀ ਤੇ ਡੇਲੀ ਦਾ 50,000 ਰੁਪਇਆ ਉਹਨੇ ਡੇਲੀ ਚੰਦੋਆ ਚੇਂਜ ਹੁੰਦਾ ਸੀ। ਉਦੋਂ ਬੜਾ ਰੌਲਾ ਪਾਇਆ ਸੀ, ਲੇਕਿਨ ਮਜੀਠੀ ਦੇ ਕੰਨ ਤੇ ਕੋਈ ਜੂ ਨਹੀਂ ਸੀ ਸਰਕੀ ਜੀ। ਮੈਂ ਐਸਬੀ ਸਰਕੀ ਸੀ, ਕਿਉਂਕਿ ਮੱਕੜ ਸਾਹਿਬ ਦਾ ਤੁਹਾਨੂੰ ਪਤਾ ਜੋ ਵਿਹਾਰ ਹੈਗਾ ਉਸ ਟਾਈਮ ਦੇ। ਮੱਕੜ ਸਾਹਿਬ ਨੇ ਬੜੀਆਂ ਜਾਇਦਾਦਾਂ ਬਣੀਆਂ, ਬੜਾ ਕੁਝ ਬਣਿਆ, ਕਿਹਨੂੰ ਨਹੀਂ ਪਤਾ। ਨੇਰੀ ਢਾਤੀ, ਹਾਂਜੀ, ਉਹਨਾਂ ਦੀ ਤਾਂ ਗੱਡੀ ਉਹਨਾਂ ਤੇਲ ਪੀ ਗਈ ਜਿੰਨਾ ਜਹਾਜ਼ ਨਹੀਂ ਪੀਂਦਾ। ਬਿਲਕੁਲ, ਮੈਂ ਨਾ ਜੰਬੋ ਜੱਟ ਨੂੰ ਗੱਡੀ ਚ ਤੇਲ ਪੀ ਗਈ ਉਹਨਾਂ ਦਾ। ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਬੜੇ ਇਮਾਨਦਾਰ ਤੇ ਸੁਲਝੇ ਬੰਦੇ 35 ਸਾਲ ਉੱਥੇ ਰਹੇ ਦਰਬਾਰ ਸਾਹਿਬ ਜੀ। ਉਹਨਾਂ ਨੇ ਇੱਕ ਗਰੀਬ ਦੀ ਸ਼ਿਕਾਇਤ ਕੀਤੀ। ਅੱਜ ਵੀ ਤੁਸੀਂ ਉਹਨਾਂ ਦੇ ਘਰ ਚੱਲ ਜਾਓ, ਉਹਨਾਂ ਦੇ ਘਰ ਤੁਹਾਨੂੰ ਸੋਫਾ ਨਹੀਂ ਮਿਲੇਗਾ, ਆ ਕੁਰਸੀਆਂ ਬਚਕ ਮਿਲ ਜਾਣਗੇ ਜਾਂ ਮੰਜਾ ਮਿਲ ਜੂਗਾ ਜੀ। ਉਹਨਾਂ ਕਿ TVS ਹੁੰਦੀ ਸੀ, ਤੇ ਜਦੋਂ ਰਿਟਾਇਰ ਹੋਏ ਸੀ ਉਹ ਵੀ ਕਿਸੇ ਲੋੜਾਂ ਨੂੰ ਦੇਤੀ, ਲੈ ਤੂੰ ਲੈ ਜਾ, ਕੋਈ ਗੱਲ ਨਹੀਂ, ਆਪਾਂ ਪੈਦਲ ਹੀ ਕੰਮ ਕਰਨਾ। ਮਤਲਬ ਉਹਨਾਂ ਨੇ ਇੱਕ ਸਿਫਾਰਿਸ਼ ਕਰਤੀ ਵੀ ਆਹ ਜਿਹੜਾ ਮੁੰਡਾ ਵਾ ਬਹੁਤ ਸੋਹਣਾ ਕੀਰਤਨ ਕਰਦਾ ਵਾ ਤੇ ਇਹਨੂੰ ਦਰਬਾਰ ਸਾਹਿਬ ਚ ਰੱਖ ਜੀ। ਤੇ ਉਹਨੂੰ ਜਦੋਂ ਗਿਆ ਸੀ ਤੇ ਉਹ ਕਹਿੰਦੇ ਵੀ ਕਾਕਾ 2.25 ਲੱਖ ਰੁਪਏ ਲਿਆ। ਤੇ ਇਹਨਾਂ ਨੇ ਫੋਨ ਕੀਤਾ ਵੀ ਉਹਦੇ 5 ਪੈਸੇ ਨਹੀਂ ਦੇਣ ਜਗਾ, ਉਹ ਕਹਿੰਦਾ ਜੀ ਕੋਈ 2.5 ਲੱਖ ਲੈਂਦੇ ਜੀ, ਤੁਹਾਡੇ ਕਰਕੇ 25,000 ਛੱਡਿਆ। ਅੱਛਾ। ਉਹ ਬੜੇ ਦੁਖੀ ਹੋਏ, ਉਹਨਾਂ ਮੇਰੇ ਨਾਲ ਗੱਲ ਕੀਤੀ, ਕਹਿੰਦੇ ਤੁਸੀਂ TV ਲਿਓ, ਮੈਂ ਠੋਕੇ ਕੋਈ ਨਹੀਂ ਗੱਲ, ਤੂੰ ਹਾਂ ਇਹ ਗੱਲ ਮੇਰੇ ਤੋਂ ਹੋਈ। ਬਾਕੀ ਦੱਸੋ ਕੀ ਰਹਿ ਗਿਆ ਉਸ ਟਾਈਮ ਦੇ ਉੱਤੇ ਜੀ। ਉਹਨੇ ਚੰਦੋਏ ਦੇ 4 ਲੋਕ ਨੇ, 4 ਦੁਕਾਨਾਂ ਨੇ ਜਿੱਥੋਂ ਚੋਆ ਲੈਂਦੇ ਤੁਸੀਂ। ਚੰਦੋਏ ਦੀ ਕੀਮਤ ਅੱਜ ਤੋਂ 4-5 ਸਾਲ ਪਹਿਲਾਂ ਇੱਕ ਮੈਂ ਸਟੋਰੀ ਲਾਈ ਸੀ, ਚੰਦੋਆ ਸਕੈਂਡਲ ਜੀ। ਉਦੋਂ ਇੱਕ ਦੁਕਾਨਦਾਰ ਨੇ ਕਿਹਾ ਵੀ ਸਾਡੇ ਕੋਲ ਜਿਹੜਾ 15,000 ਤੋਂ ਲੈ ਕੇ ਤੇ ਇਹ 1.5 ਲੱਖ ਤੋਂ ਮਹਿੰਗਾ ਕੋਈ ਚੰਦੋਆ ਨਹੀਂ ਹੈ ਜੀ। ਸਾਰੇ ਖਰਚੇ ਪਾ ਕੇ, ਸਾਡਾ ਪ੍ਰੋਫਿਟ ਪਾ ਕੇ 1.5 ਲੱਖ ਤੋਂ ਉੱਪਰ ਕੋਈ ਚੰਦੋਆ ਨਹੀਂ ਹੈ। ਲੇਕਿਨ ਇਹ ਕੀ ਕਰਦੇ, ਸਾਡੇ ਵਿਦੇਸ਼ੀ ਵੀਰ ਆਉਂਦੇ ਆ ਤੇ ਉਹ 5 ਲੱਖ ਰੁਪਏ ਬਣਾ ਲੈਂਦੇ ਨੇ। ਅੱਛਾ ਜੀ, ਦੱਸੋ। 5 ਲੱਖ ਰੁਪਏ ਦੇ ਦਿਓ, 4 ਲੱਖ ਦੇ ਦਿਓ ਜੀ, ਆ ਸੋਨੇ ਦੀ ਤਾਰ ਲੱਗੀ ਆ ਜੀ, ਚਾਂਦੀ ਦੀ ਤਾਰ ਲੱਗੀ ਆ ਜੀ, ਕੱਪੜਾ ਲੱਗਾ ਜੀ। ਕੱਪੜੇ ਵੀ ਯੂਜ਼ ਨਹੀਂ ਕਰਦੇ, ਜਿਹੜੀ ਸਾਂਟਲ ਯੂਜ਼ ਅਸੀਂ ਕਰਨੀ ਉਹ ਨਕਲੀ ਕਰਦੇ ਆ। 350 ਰੁਪਏ ਦੀ ਬਜਾਏ 600 ਰੁਪਏ ਦੇ। ਦੱਸੋ, ਗੁਰੂ ਘਰ ਚ ਵੀ ਠੱਗੀ ਹੈ, ਬੜਾ ਕੁਛ ਹੁੰਦਾ ਉੱਥੇ। ਹੁਣ ਉਹਦੇ ਵਿੱਚ ਇਹ ਜਿਹੜੇ 2 ਬੰਦੇ ਨੇ, ਇਹ ਚੰਦੋਆ ਵੇਚਣ ਵਾਲੇ ਆਮੋ ਸਾਹਮਣੇ ਹੋਏ। ਅੱਛਾ ਜੀ। ਇੱਕ ਬੰਦੇ ਦੀ ਸੇਵਾ ਖਤਮ ਕਰਨ ਵਾਸਤੇ ਜਿਹੜੇ ਬੰਦੇ ਨੇ ਘੱਟੋ ਘੱਟ ਮੇਰੇ ਖਿਆਲ ਉੱਥੇ ਜਿੰਨੀ ਸੇਵਾ ਉਹਨੇ ਕਰਾਈ ਨਾ ਦਰਬਾਰ ਸਾਹਿਬ ਦੇ ਵਿੱਚ, ਉਹਨੇ ਕਿਸੇ ਮਹਾਂਪੁਰਖ ਨੇ ਕਰਾਈ ਹੋਣੀ। ਅੱਛਾ ਜੀ। ਉਹਨੂੰ ਕਹਿਤਾ ਜੀ ਆਪ ਕਮਰਾ ਰੈਨੋਵੇਟ ਤੁਸੀਂ ਕਰਨਾ, ਉਹ ਕਹਿੰਦੇ ਕਰ ਦਿੰਦੇ ਜੀ, ਕੋਈ ਗੱਲ ਜੀ। ਉਹ ਬੰਦਾ ਰਾਤੀ 8 ਵਜੇ ਜਾਂਦਾ, ਰਾਤ ਦੀ ਸੇਵਾ ਵੀ ਅੰਦਰ ਕਰਦਾ, ਸਾਰੀ ਰਾਤ ਜਗਦਾ ਵਾ, ਪਾਲਕੀ ਸਾਹਿਬ ਲੈ ਕੇ ਜਾਂਦਾ, ਪਾਲਕੀ ਸਾਹਿਬ ਤਿਆਰ ਕਰਦਾ ਜੀ। ਹੁਣ ਦੂਜਾ ਜਿਹੜਾ ਬੰਦਾ ਇੱਕ ਬੜਾ ਸ਼ੈਤਾਨ ਹੈਗਾ, ਉਹ ਜਾ ਕੇ ਮਿਲਿਆ ਬੀਬੀ ਜਗੀਰ ਕੋ ਨੂੰ, ਉਹਦੇ ਕੰਨ ਭਰਤੇ ਜੀ, ਉਹ ਲਟੇਰਾ ਜੀ, ਉਹ ਫਲਾਣਾ ਜੀ, ਉਹਨੇ ਕਦਾ ਦੀ ਸੇਵਾ ਬੰਦ ਕਰ ਦਿੱਤੀ। ਅੱਛਾ ਜੀ। ਉਹਦੇ ਕਰਕੇ ਬਾਕੀ ਸੰਗਤ ਦੀ ਵੀ ਸੇਵਾ ਬੰਦ ਕਰਤੀ ਤੇ ਸੰਗਤ ਬੜੀ ਔਖੀ ਹੈ। ਹੋ ਸਕਦਾ ਵੀ ਕਿਸੇ ਦਿਨ ਦਰਬਾਰ ਸਾਹਿਬ ਦੇ ਵਿੱਚ ਹੀ ਇਹਨਾਂ ਦੇ ਟਾਸਕ ਫੋਰਸ ਵਾਲੇ ਸੰਗਤਾਂ ਨੂੰ ਸਾਹਮਣੇ ਹੋ ਜਾ। ਅੱਛਾ ਜੀ। ਅੱਗੇ ਹੁੰਦਾ ਸੀ ਗਿਆਨੀ ਮੋਹਨ ਸਿੰਘ ਐਡਗਰਤੀ ਹੁੰਦਾ ਜੀ, ਭਾਵੇਂ ਕਿ ਉਹ ਵੀ ਗਾਲਾਂ ਗੁਲਾਂ ਬੜੀਆਂ ਕੱਢ ਲੈਂਦਾ ਸੀ, ਉਹ ਵੀ ਬੜੇ ਗਲਤ ਕੰਮ ਕਰਦਾ ਸੀ, ਲੇਕਿਨ ਉਹਦੇ ਟਾਈਮ ਤੇ ਜੇ ਕੋਈ ਤਬਦੀਲੀ ਕਰਨੀ ਹੁੰਦੀ ਸੀ, ਬਕਾਇਦਾ ਤੌਰ ਤੇ ਪ੍ਰੇਮੀਆਂ ਦੀ ਤੇ ਇਹਦੀ ਦਫ਼ਤਰ ਦੀ ਮੀਟਿੰਗ ਹੁੰਦੀ ਸੀ ਵੀ ਆਪਾਂ ਤਬਦੀਲੀ ਕਰਨੀ ਜੀ। ਹੁਣ ਕੋਈ ਨਹੀਂ ਪੁੱਛਦਾ, ਉੱਥੇ ਐਵੇਂ ਧੱਕੇ ਮਾਰੀ ਜਾਣਗੇ, ਚੁੱਕ ਕੇ ਜੰਗਲੇ ਦੂਜੇ ਪਾਸੇ ਸੁੱਟ ਦੇਣਗੇ। ਮਤਲਬ ਲਾਈਕ ਦੇ ਸਿਵੇਂ ਗੁੰਡਾਗਰਦੀ ਪੂਰੀ, ਉਹ ਮੰਤ ਲੜੀ ਨੂੰ ਘੱਟ ਕੁਛ ਨਹੀਂ ਜੇਗਾ। ਬਾਕੀ ਕਹਿੰਦੇ ਕੁਛ ਪ੍ਰੇਮੀਆਂ ਦਾ ਵੀ ਰੌਲਾ ਕੋਈ ਹੈਗਾ ਵੀ ਪਾਲਕੀ ਸਾਹਿਬ ਨੂੰ ਲੈ ਕੇ, ਉਹ ਕੀ ਘਟਨਾ? ਨਹੀਂ, ਪ੍ਰੇਮੀਆਂ ਦਾ ਰੌਲਾ ਜੀ ਪਿੱਛੇ ਜੇ ਮੈਂ ਕਹਿਤਾ ਜੀ, ਕਰੋਨਾ ਤੋਂ ਹੀ ਪਾਲਕੀ ਸਾਹਿਬ ਨੂੰ ਮੋਢਾ ਨਹੀਂ ਲਾਏਗਾ। ਲੋਕੀ ਬੜੀ ਦੂਰੋਂ ਆਉਂਦੇ ਜਿਹੜੇ ਕਹਿੰਦੇ ਜਦੋਂ ਪਾਲਕੀ ਸਾਹਿਬ ਦੀ ਮੋਢਾ ਲਾ ਕੇ ਸਾਡਾ ਜੀਵਨ ਸਫਲ ਹੋ ਜਾਊ ਜੀ, ਇਹ ਮੋਢਾ ਨਹੀਂ ਲਾਉਣ ਦਿੰਦੇ ਉਹਨਾਂ ਨੂੰ। ਉਹ ਵਿਚਾਰੇ ਕਈ ਨਾਰਾਜ਼ ਹੋ ਕੇ ਚੱਲ ਜਾਂਦੇ ਵੀ ਯਾਰ ਈਦੂ ਨੂੰ ਸ਼ਾਇਦ ਚਲੋ ਇਹਨਾਂ ਕਰੋਨਾ ਕਹਿ ਕੇ ਪਾਸੇ ਕਰਤਾ, ਫਿਰ ਠੀਕ ਹੈ ਜੀ। ਉਹ ਫਿਰ ਪ੍ਰੇਮੀਆਂ ਜਾ ਕੇ ਰੌਲਾ ਵੀ ਪਾਇਆ, ਦਫ਼ਤਰ ਜਾ ਕੇ। ਅੱਛਾ, ਮੈਂ ਉਹ ਡੇਰੇ ਵਾਲੇ ਪ੍ਰੇਮੀ ਸਮਝੀ ਬੈਠਾ ਸੀ। ਨਹੀਂ, ਉਹ ਪ੍ਰੇਮੀ ਨਹੀਂ, ਇਹ ਪ੍ਰੇਮੀ ਜਿਹੜੇ ਦਰਬਾਰ ਸਾਹਿਬ ਦੇ ਪ੍ਰੇਮੀ, ਉਹ ਪ੍ਰੇਮੀ ਜੀ। ਇਹ ਪ੍ਰੇਮੀ ਦਰਬਾਰ ਸਾਹਿਬ ਦੇ ਪ੍ਰੇਮੀ ਜਿਹੜੇ ਵਿਚਾਰੇ ਰੋਜ਼ ਆ ਕੇ ਸੇਵਾ ਵੀ ਕਰਦੇ ਆ, ਡੇਲੀ ਆਉਂਦੇ, 30 ਸਾਲ ਹੋ ਗਏ ਉਹਨਾਂ ਨੂੰ। ਪਿੱਛੇ ਜੇ ਇੱਥੇ ਦਿਨੇਸ਼ ਕੁਮਾਰ ਇੱਕ ਮੁੰਡਾ ਹੁੰਦਾ ਸੀ ਜੀ, ਹਿੰਦੂ ਜੈਂਟਲ ਜੀ, ਉਹਨੂੰ ਜਿਹੜਾ ਸੀ ਇਹਨਾਂ ਨੇ ਇਹਦੀ ਸੇਵਾ ਬੰਦ ਕਰਤੀ, ਉਹਨੂੰ ਦਰਬਾਰ ਸਾਹਿਬ ਚੋਂ ਕੱਢ ਦਿੱਤਾ।
ਕਿ ਤੂੰ ਨਹੀਂ ਆ ਸਕਦਾ ਇੱਥੇ। ਜੀ ਉਹ ਆਪਣੇ ਕੋਲੋਂ ਰੋਜ਼ ਦੇ 1000 ਰੁਪਇਆ ਖਰਚ ਕਰਕੇ ਜਿਹੜਾ ਸੀ ਉਹ ਲੈ ਕੇ ਆਉਂਦਾ ਸੀ, ਹਾਰ ਲੈ ਕੇ ਸਿਰੇ ਲੈ ਕੇ ਆਉਂਦਾ ਸੀ, ਸੀ ਮੱਥਾ ਟੇਕਦਾ ਸੀ, ਪੂਰੀ ਸੇਵਾ ਕਰਦਾ ਸੀਗਾ ਜੀ। ਆਪਣੇ ਕੋਲੋਂ ਵੇਲੇ ਕੋਲੇ ਉਹਨੇ ਕੋਈ ਜੇ ਕਹਣਾ ਵੀ ਫਲਾਣੀ ਚਾਦਰ ਲਿਆਉਣੀ ਲਿਆ ਸਿਰੇ ਲਿਆ ਦੇ, ਕੋਈ ਗੱਲ ਜਿਹੜੀ ਜਿੰਦੇ ਇੱਕ ਟੁੱਕਲ ਜੇ ਬੰਦਿਆਂ ਦੇ ਪਿੱਛੇ ਲੱਗ ਕੇ ਜੀ ਨੂੰ ਸੇਵਾ ਬੰਦ ਕਰਦੀ, ਬਾਹਮਣ ਜੀ ਪਾਸੇ ਕਰਦੇ ਹੋ ਜੀ। ਕੀ ਟੁੱਕ ਬਣਨੀ ਸਮਝ ਨਹੀਂ ਆਉਂਦੀ। ਤੇ ਕੀਤੀ ਕਿਹਨੇ? ਉਹ ਜਿਹੜਾ ਚਰਨਜੀਤ ਸਿੰਘ ਜੱਸੋਵਾਲ ਸੀ, ਜਿਹੜਾ ਕਹਿੰਦਾ ਨਹੀਂ ਜੀ ਵੀ ਮੈਂ ਉਹ ਜਿਹੜਾ ਹੈਗਾ ਵਾ ਦਮਦਮੀ ਟਕਸਾਲ ਤੇ ਬੋਲਦਿਆਂ ਕਹਿਤਾ ਵੀ 6 ਦੀਆਂ 6 ਗੋਲੀਆਂ ਲਗਾ ਦੂੰਗਾ ਜੀ। ਜੀ ਇੱਕ ਵਾਰੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਉਹਨੇ ਜਿੰਨੀ ਦੇਰ ਭੱਟੀ ਸਾਹਿਬ ਨੂੰ ਕਾਲ ਲਾਉਣੇ ਆ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ। ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 in Napanee. Quick Truck Lube, the one-stop shop. 519-622-0660 ਜਾਂ quicktrucklube.com. QTL, because we care. Quick Truck Lube। ਜੀ ਭੱਟੀ ਸਾਹਿਬ, ਆਪਾਂ ਗੱਲ ਦਰਬਾਰ ਸਾਹਿਬ ਦੇ ਸਿਲਸਿਲੇ 'ਚ ਹੀ ਕਰ ਰਹੇ ਸੀ। ਉਹਨਾਂ ਨੇ ਇੰਨੀ ਗੱਲ ਕਹੀ ਜੀ, ਵੇਖੋ ਜੀ ਜਿਹੜਾ ਰਣਜੀਤ ਸਿੰਘ ਢੱਡੀਆਂ ਵਾਲਾ, ਤੁਹਾਨੂੰ ਪਤਾ 26 ਲੱਖ ਦਾ ਸਾਥੀ ਮਾਰ ਦਿੱਤਾ ਜੀ। ਉਹਨੂੰ ਬਕਾਇਦਾ ਸਿਕਿਉਰਿਟੀ ਦੇਤੀ ਸੀ ਤੇ ਉਹ ਦਮਦਮੀ ਟਕਸਾਲ ਦਾ ਤੇ ਇਹਨਾਂ ਦੋਵਾਂ ਦਾ ਪਹਿਲਾਂ ਬੜਾ ਜੋਰ ਸੀ, ਸੂਈ ਨਹੀਂ ਸੀ ਲੱਗੀ ਦੋਵਾਂ ਦੇ ਵਿੱਚ ਜੀ। ਜਦੋਂ ਉਹ ਬਾਬੇ ਤੋਂ ਭਾਈ ਬਣ ਗਿਆ ਤੇ ਦੋਵਾਂ ਦੇ ਰਸਤੇ ਵੱਖੋ ਵੱਖਰੇ ਹੋ ਗਏ। ਮੁੜ ਕੇ ਇਹ ਆਪਸ ਵਿੱਚ ਖੇਬੜ ਤੇ ਉਹਨੇ ਤੂੰ ਪੱਗ ਕਿਵੇਂ ਬੰਨਦਾ, ਤੇਰਾ ਮੂੰਹ ਕਿਵੇਂ, ਗੱਲ ਤੋਂ ਲੈ ਕੇ ਇੱਕ ਬੰਦਾ ਮਾਰ ਦਿੱਤਾ ਜੀ। ਮੁੜ ਕੇ ਇਹ ਚਰਨਜੀਤ ਸਿੰਘ ਜੱਸੋਵਾਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਬਣਾਇਆ ਔਰ ਨੋਮੀਨੇਟ ਕਰਾਇਆ ਨਾਲ, ਜਿਹੜਾ ਵਾ ਇਹਦੇ ਵਿੱਚ ਆਪਣਾ ਇਹ ਐਗਜ਼ੈਕਟਿਵ ਮੈਂਬਰ ਵੀ ਹੈ। ਬੀਬੀ ਕਿਰਨਜੋਤ ਕੋਲ ਸਟੇਜ ਤੋਂ ਬੋਲਦੀ ਪਈ ਸੀ ਤੇ ਉਤੋਂ ਮਾਈਕ ਖੁੱਦ ਲੈ ਗਿਆ ਸੀ ਜੀ। ਉਦੋਂ ਬੜਾ ਰੌਲਾ ਪਿਆ ਸੀ ਵੀ ਤੂੰ ਆਪਣੇ ਲਈ ਵੇਖ ਤੇ ਉਹਦੇ ਪਰਿਵਾਰ ਵੇਲੇ ਵੇਖ। ਉਹ ਉਸ ਪੰਥਕ ਜਾਂ ਪੰਥਕ ਦੇ ਮਾਸਟਰ ਤਾਰਾ ਸਿੰਘ ਦੋਤਰੀ ਆ, ਤੇਰੇ ਨੂੰ ਵੱਧ ਸਮੇਂ ਤੋਂ ਮੈਂਬਰ ਹੈ ਇੱਥੋਂ ਦੀ, ਜਨਰਲ ਸੈਕਟਰੀ ਰਹਿ ਚੁੱਕੀ ਸੀ ਪੀਸੀ ਦੀ। ਉਦੋਂ ਵੀ ਕਾਫੀ ਰੌਲਾ ਪਿਆ ਸੀ। ਉਦੋਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਵੀ ਇਹ ਗੋਲੀਆਂ ਦੀ ਗੱਲ ਕਰਦੇ ਤੇ ਮੈਂ ਪੰਜਾਬ ਦਾ ਮਾਹੌਲ ਨਹੀਂ ਅਖਬਾਰ ਖਰਾਬ ਹੋ ਜਾਊਗਾ, ਜਿਹੜਾ ਮਰਜ਼ੀ। ਹੁਣ ਉਹਨਾਂ ਦਾ ਕੰਮ ਹੈ ਇਹੋ ਜਿਹੇ ਜਿਹੜੀਆਂ ਗੱਲਾਂ ਕਰਨੀਆਂ। ਉਹ ਬੰਦੇ ਦੀ ਸੇਵਾ ਬੰਦ ਕਰਦੀ। ਉਹ ਮਹੀਨੇ ਬਾਅਦ ਫਿਰ ਐਸਜੀਪੀਸੀ ਨੂੰ ਕਿਹਾ ਦੱਸੋ ਕਸੂਰ, ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕੀ ਹੋਇਆ। ਉਹਨਾਂ ਨੂੰ ਕਿੰਨੀ ਗੱਲ ਕਹਿੰਦੇ ਤੂੰ ਆ ਕੇ ਆਪਣਾ ਜਿਹੜਾ ਸੀ ਮੱਥਾ ਟੇਕ, ਕੋਈ ਤੈਨੂੰ ਰੋਕ ਨਹੀਂ ਸਕਦਾ ਦਰਬਾਰ ਸਾਹਿਬ ਆਉਣ ਤੋਂ। ਮਤਲਬ ਕਹਿਣ ਤੋਂ ਬਾਅਦ ਇਸ ਵੇਲੇ ਜਿਹੜੇ ਇਹੋ ਜਿਹੇ ਬੰਦੇ ਉਹਨਾਂ ਦੇ ਕਰਕੇ ਮਾਹੌਲ ਉੱਥੋਂ ਕਾਫੀ ਤਣਾਅਪੂਰਨ ਤੇ ਕਿਸੇ ਵੇਲੇ ਵੀ ਜੇ ਕਿਤੇ ਪ੍ਰੇਮੀ ਤੇ ਸ਼੍ਰੋਮਣੀ ਕਮੇਟੀ ਦੇ ਨਾਲ ਅਮਰ ਸਾਹਮਣੇ ਤੇ ਬਦਨਾਮੀ ਕਿਹਦੀ ਹੋਣੀ ਹੈ? ਸਿੱਖ ਕੌਮ ਜੀ ਬਦਨਾਮੀ ਕੋਈ ਪ੍ਰਬੰਧ ਦੀ। ਉਹਦੇ ਵਿੱਚ ਇੱਕ ਜਿਹੜਾ ਚਨੋਆ ਵੇਚਣ ਵਾਲਾ ਉਹ ਜਾ ਕੇ ਬੀਬੀ ਨੂੰ ਉਸਦਾ ਫੰਡ ਵੀ ਦੇ ਰਿਹਾ ਹੋਵੇ, ਬਿਲਕੁਲ ਕੰਨ ਭਰ ਆਇਆ ਜੀ। ਵੇਖੋ ਜੀ ਉਹ ਫਲਾਣੇ ਨਾ ਕਰਤਾ, ਢਿਗੜੇ ਨੇ ਕਰਤਾ, ਤੁਸੀਂ ਇੰਝ ਕਰਦੇ, ਉਹ ਕਰਦੇ। ਉਹਦੇ ਕਰਕੇ ਇੱਕ ਬੰਦੇ ਕਰਕੇ ਜਿਹੜੇ ਬਾਕੀ ਸੰਗਤ ਨੂੰ ਜਿਹੜਾ ਖੱਜਲ ਖੁਆਰ ਕੀਤਾ ਜਾ ਰਿਹਾ, ਜਿਸ ਕਰਕੇ ਜੀ ਆਉਣ ਵਾਲੇ ਸਮੇਂ 'ਚ ਕੋਈ ਗੜਬੜ ਹੋ ਸਕਦੀ ਜੀ। ਤੇ
ਪੱਟੀ ਸਾਹਿਬ ਹੁਣ ਆਪਾਂ ਬੜੀ ਅਹਿਮ ਖਬਰ ਜਿਹੜੀ ਹੈਗੀ ਆ ਉਹਦੀ ਗੱਲ ਕਰੀਏ ਤਾਂ ਕਰੋਨਾ ਤੇ ਕੀ ਹੋ ਗਿਆ। ਕਰੋਨਾ ਨੇ ਮੁੜ ਦਸਤਕ ਦੇ ਦਿੱਤੀ ਹੈ, ਫਿਰ ਭਾਰਤ ਬੰਦ ਹੋਏਗਾ ਤੇ ਇਹ ਵੀ ਚਰਚਾਵਾਂ ਨੇ, ਲੋਕਾਂ ਨੂੰ ਸ਼ੰਕਾ ਕਿ ਇਸ ਕਰੋਨਾ ਦੇ ਆੜ ਦੇ ਵਿੱਚ ਕਿਤੇ ਕਿਸਾਨ ਸੰਘਰਸ਼ ਵੀ ਨਾ ਉਠਾ ਦਿੱਤਾ ਜਾਵੇ। ਵੇਖੋ ਜੀ, ਜਦੋਂ ਇਹਨਾਂ ਨੇ ਕਿਸਾਨਾਂ ਨੇ ਸ਼ੁਰੂ ਕੀਤਾ ਸੀ ਕਰੋਨਾ ਉਦੋਂ ਹੀ ਹੈਗਾ ਸੀ ਜੀ। ਬੇਸਿਕਲੀ ਜਿਹੜੀ ਆਪਾਂ ਹੁਣ ਦੀ ਰਿਪੋਰਟ ਦੀ ਜੇ ਗੱਲ ਕਰ ਲਈਏ ਜੀ, ਜਿਹੜੀ ਕੱਲ ਦੇ 24 ਘੰਟੇ ਸੀਗੇ ਜੀ, ਉਹਦੇ ਵਿੱਚ ਪੂਰੇ 24 ਘੰਟਿਆਂ ਦੇ ਵਿੱਚ ਪੂਰੇ ਹਿੰਦੁਸਤਾਨ ਵਿੱਚ 10,584 ਕੇਸ ਜਿਹੜੇ ਸੀ ਮਿਲੇ ਸੀ। ਤੇ ਪੰਜਾਬ ਦੇ ਵਿੱਚ ਇਹਨਾਂ ਦੀ ਗਿਣਤੀ 3,000 ਤੋਂ ਵੱਧ ਆ। ਤੇ ਜਿਹੜੀ ਪੰਜਾਬ ਦੇ ਵਿੱਚ ਗਿਣਤੀ ਵਧੀ ਆ ਤੇ ਫਿਰ ਪੰਜਾਬ ਸਰਕਾਰ ਨੇ ਚੌਕਸੀ ਵਜੋਂ ਜਿਹੜੇ ਸੀ ਕੋਈ ਫੈਸਲੇ ਕੱਲ ਇਮੀਡੀਏਟਲੀ ਮੀਟਿੰਗ ਕਾਲ ਕਰਕੇ ਲੈ ਜੀ। ਜਿਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਜਿਹੜੇ ਅੰਦਰੂਨੀ ਜਿਵੇਂ ਤੁਸੀਂ ਕੋਈ ਸੈਮੀਨਾਰ ਕਰਨਾ ਕੁਝ ਕਰਨਾ ਉਹਦੀ 100 ਤੋਂ ਵੱਧ ਵਿਅਕਤੀ ਨਹੀਂ ਵੇਖੇ ਹੋਣੇ ਚਾਹੀਦੇ ਜੀ। ਜੇ ਤੁਸੀਂ ਰਿਜ਼ੋਰਟ ਕਿਤੇ ਸ਼ਾਦੀ ਕਰਨ ਲੱਗੇ ਹੋ ਤੇ ਉੱਥੇ ਤੁਹਾਡੇ 200 ਤੋਂ ਵੱਧ ਹੋਣੇ ਚਾਹੀਦੇ। ਸੋਸ਼ਲ ਡਿਸਟੈਂਸ ਦਾ ਖਾਸ ਰੱਖਣ ਦੀ ਗੱਲ ਕੀਤੀ ਗਈ ਹੈ ਜੀ। ਤੇ ਕਰੋਨਾ ਟੈਸਟ ਦੀ ਗਿਣਤੀ ਵੀ ਉਹਨਾਂ ਕਿਹਾ ਅੱਗੇ ਤੋਂ ਉਮੀਦ ਆ ਕਿ ਹਰ ਮਹੀਨੇ ਹਰ ਰੋਜ਼ ਅਸੀਂ 30,000 ਟੈਸਟ ਕਰਾਂਗੇ ਜੀ। ਭਾਵੇਂ ਕਿ ਇਹਨਾਂ ਕਹਿਤਾ ਜਿਹੜੀ ਚੀਫ ਸੈਕਟਰੀ ਬੀਬੀ ਹੈਗੀ ਉਹਨੇ ਕਹਿਤਾ ਕਿ ਸਕੂਲਾਂ ਤੇ ਕਾਲਜ ਬੜੀ ਦੇਰ ਬਾਅਦ ਖੁੱਲੇ, ਉਹਨਾਂ ਨੂੰ ਹਾਲ ਦੀ ਕੜੀ ਸਾਡਾ ਬੰਦ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਜੀ। ਲੇਕਿਨ ਇਸ ਵੇਲੇ ਜਿਹੜੇ ਬਹੁਤ ਜ਼ਿਆਦਾ ਕੇਸ ਆ ਰਹੇ ਪੰਜਾਬ ਦੇ ਵਿੱਚ ਉਹ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, SS ਨਗਰ ਤੇ ਭਗਤ ਸਿੰਘ ਨਗਰ, ਭਗਤ ਸਿੰਘ ਨਗਰ, ਇਹਨਾਂ 'ਚ ਮਰੀਜ਼ ਜ਼ਿਆਦਾ ਆ ਰਹੇ। ਹੁਣ ਇਹਦੇ ਵਿੱਚ ਜਿਹੜੀ ਹੈਗੀ ਗੱਲ ਕਰ ਲਈਏ, ਜਿਹੜੀ ਇਹਦੀ ਏਮਸ ਦੀ ਰਿਪੋਰਟ ਆ, ਏਮਸ ਨੇ ਕਹਿ ਦਿੱਤਾ ਕਿ ਪੰਜਾਬ ਜਿਹੜਾ ਨਵਾਂ ਸਟ੍ਰੇਨ ਆਇਆ ਉਹਦੀ ਮਾਰ ਹੇਠ ਆ ਗਿਆ ਜੀ। ਲੇਕਿਨ ਸਰਕਾਰ ਕਹਿੰਦੀ ਵੀ ਜਿਹੜੇ ਅਸੀਂ ਸਵੈਬ ਲਏ ਆ ਉਹ ਸਾਡੀ ਅਗਲੇ ਹਫ਼ਤੇ ਰਿਪੋਰਟ ਆਊਗੀ, ਅਸੀਂ ਫੇਰ ਦੱਸਾਂਗੇ ਇਹਦੇ ਵਿੱਚ ਕੀ ਆ ਕੀ ਨਹੀਂ ਹੈਗਾ ਜੀ। ਜਿਹੜੀ ਨੈਸ਼ਨਲ ਟਾਸਕ ਫੋਰਸ ਆ ਉਹਨੇ ਇੰਨੀ ਗੱਲ ਕਹੀ ਆ ਵੀ ਜਿਹੜਾ ਕਰੋਨਾ ਵਾ ਉਹਦੇ ਭਾਰਤ ਦੇ ਵਿੱਚ 1 ਨਹੀਂ 2 ਨਹੀਂ 7,000 ਲੱਛਣ ਵੇਖਣ ਨੂੰ ਮਿਲੇ ਆ। ਅੱਛਾ ਜੀ। ਜੇ 7,000 ਮਿਲੇ ਤੇ ਚੰਗੇ ਭਲੇ ਬੰਦੇ ਜੀ ਕੋਈ ਨਾ ਕੋਈ ਮਾੜਾ ਮੋਟਾ ਲੱਛਣ ਉਹ ਆ ਜਾਣਾ। ਇਸ ਕਰਕੇ ਜਿਹੜਾ ਸਟ੍ਰੇਨ ਕਹਿੰਦੇ ਨਵਾਂ ਆਇਆ ਇਹ ਥੋੜਾ ਜ਼ਿਆਦਾ ਖਤਰਨਾਕ ਤੇ ਇਹਦਾ ਸਾਨੂੰ ਖਿਆਲ ਰੱਖਣਾ ਪਊ ਜੀ। ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹਿਤੀ ਕਿ ਜਿਹੜੇ ਬੰਦੇ ਨੂੰ ਕਰੋਨਾ ਹੋਇਆ ਤੇ ਉਹਦੇ ਨਾਲ ਜਿਹੜੇ ਪਿਛਲਾ ਉਹਦੀ ਹਿਸਟਰੀ ਵੇਖੀ, ਜਿਹੜੇ 15 ਬੰਦੇ ਉਹਦੇ ਨਾਲ ਪਿੱਛੇ ਰਹੇ ਨੇ 2-4 ਦਿਨ ਦੇ ਵਿੱਚ, ਉਹਨਾਂ ਦੇ ਵੀ ਟੈਸਟ ਕੀਤੇ ਜਾਣਗੇ ਜੀ। ਇਸ ਕਰਕੇ ਇਸ ਵੇਲੇ ਸਾਡਾ ਦੇਸ਼ ਜਿਹੜਾ ਵਾ ਦੂਸਰੇ ਨੰਬਰ ਤੇ ਕਰੋਨਾ ਦੇ ਵਿੱਚ 25 ਲੱਖ ਲੋਕ ਮਰ ਚੁੱਕੇ ਨੇ ਹੁਣ ਤੱਕ ਵਰਲਡ ਦੇ ਵਿੱਚ। ਪਹਿਲੇ ਨੰਬਰ ਤੇ ਅਜੇ ਵੀ ਅਮਰੀਕਾ ਵਾ ਤੇ ਦੂਸਰੇ ਨੰਬਰ ਤੇ ਅਸੀਂ ਹੈ ਜੀ। ਜਿਹੜੀ ਕਰੋਨਾ ਦਾ ਟੀਕਾ ਵਾ ਹਿੰਦੁਸਤਾਨ ਦੇ ਵਿੱਚ ਸਿਰਫ ਹਾਲ ਦੀ ਘੜੀ 1 ਕਰੋੜ ਵਿਅਕਤੀ ਨੂੰ ਲੱਗਾ ਵਾ ਜੀ, ਜਦੋਂ ਕਿ 150 ਦੇਸ਼ਾਂ ਨੂੰ ਅਸੀਂ ਸਪਲਾਈ ਕਰ ਰਹੇ ਹਾਂ ਕਿ ਤੁਹਾਨੂੰ ਟੀਕਾ ਦੇਵਾਂਗੇ। ਕਈ ਦੇਸ਼ਾਂ ਦੇ ਗਰੀਬ ਦੇਸ਼ ਫ੍ਰੀ ਦਿੱਤਾ ਸੀ ਜੀ, ਬਾਕੀਆਂ ਨੂੰ ਬੜੇ ਸਸਤੇ ਰੇਟਾਂ ਦਿੱਤਾ। ਤੇ ਇਹ ਸਾਡੀ ਅਮਰੀਕਾ ਨੇ ਵੀ ਤਾਰੀਫ ਕੀਤੀ, ਬਾਈਡਨ ਨੇ ਵੀ ਤਾਰੀਫ ਕੀਤੀ ਕਿ ਇਸ ਗੱਲ ਦੇ ਵਿੱਚ ਇੰਡੀਆ ਨੰਬਰ ਲੈ ਚੁੱਕਾ ਵਾ ਜੀ ਕਰੋਨਾ ਟੀਕੇ ਸਪਲਾਈ ਕਰਨ ਦੇ ਵਿੱਚ। ਇਸ ਕਰਕੇ ਇਹ ਕਰੋਨੇ ਦੀ ਗੱਲ ਕੀਤੀ ਜਾ ਰਹੀ ਹੈ ਤੇ ਹੁਣ ਤੇ ਆਉਣ ਵਾਲੇ ਸਮੇਂ 'ਚ ਇਹ ਕਰੋਨਾ ਜਿਵੇਂ ਦਿੱਲੀ 'ਚ ਕਹਿ ਦਿੱਤਾ ਜੀ, ਦਿੱਲੀ ਸਰਕਾਰ ਨੇ ਕਹਿ ਦਿੱਤਾ ਕਿ ਕੋਈ ਵੀ ਬੰਦਾ ਜਿਹੜਾ ਬਾਹਰੋਂ ਆਉਣ ਵਾਲਾ ਵਾ ਆਪਣੇ ਕਰੋਨਾ ਟੈਸਟ ਤੋਂ ਬਗੈਰ ਦਿੱਲੀ 'ਚ ਐਂਟਰ ਨਹੀਂ ਹੋ ਸਕਦਾ। ਅੱਛਾ ਜੀ। ਉਹ ਆਪਣਾ ਕਰੋਨਾ ਟੈਸਟ ਕਰਵਾ ਕੇ ਨਾਲ ਲੈ ਕੇ ਆਵੇ ਤੇ ਫਿਰ ਐਂਟਰੀ ਮਿਲੇਗੀ, ਨਹੀਂ ਐਂਟਰੀ ਨਹੀਂ ਮਿਲੇਗੀ। ਤੇ ਕਿਸਾਨ ਜਿਹੜੇ ਬੈਠੇ ਆ ਉਹ ਕਿੰਨਾ ਚਿਰ ਬੈਠੇ ਕੋਈ ਇੱਕ ਵੀ ਬੰਦਾ ਕੋਈ ਕਰੋਨਾ ਮਿਲਿਆ ਤੱਕ ਨਾ, ਪਿੱਛੇ ਵੀ ਕਰੋਨਾ ਪੈਂਦਾ ਰਿਹਾ, ਅਜੇ ਵੀ ਰੋਜ਼ ਪੈਂਦਾ ਰਿਹਾ। ਜਿਹੜੀ ਕਰੋਨੇ ਦੀ ਦਵਾਈ ਦਾਨੇ ਵਾਲੀ ਆ ਸਾਹਿਬ ਉਹਦੀ ਜਨਮ ਦੀ ਮਾਰਦੀ ਤੁਹਾਡੀ ਇਮਿਊਨਿਟੀ ਸਿਸਟਮ ਸਟਰੋਂਗ ਕਰਦੀ। ਬਸ ਉਹੀ ਚੀਜ਼ ਹੈ ਜੀ, ਹੋਰ ਕੀ ਆ। ਇਹਦੇ ਜਨਮ ਮਰਨੇ ਔਖੇ ਆ, ਉਹਦੇ ਮਰਨੇ, ਲੇਕਿਨ ਉਹ ਇਮਿਊਨਿਟੀ ਸਿਸਟਮ ਇੰਨਾ ਸਟਰੋਂਗ ਕਰਦੀ ਕਿ ਉਹ ਤੁਹਾਡਾ ਵਿਗਾੜ ਕੁਝ ਨਹੀਂ ਸਕਦਾ, ਆਟੋਮੈਟਿਕਲੀ ਸਮੇਂ ਦਾ ਖਤਮ ਹੋ ਜਾਂਦਾ ਜੀ ਜੀ। ਇਸ ਕਰਕੇ ਕਰੋਨਾ ਜਿਹੜਾ ਵਾ ਉਹ ਫੈਲ ਰਿਹਾ ਵਾ ਤੇ ਦੂਜੀ ਲਹਿਰ ਇਹਦੀ ਚੱਲ ਪਈ ਹੈ ਤੇ ਇਹਦਾ ਜਿਹੜਾ ਵਾ ਸਾਨੂੰ ਇਲਾਜ ਕਰਨਾ ਬਹੁਤ ਜ਼ਰੂਰੀ ਤੇ ਡਿਸਟੈਂਸ ਤੇ ਮਾਸਕ, ਇਹ ਦੋ ਚੀਜ਼ਾਂ ਦਾ ਖਾਸ ਕਰ ਰੱਖਣਾ ਪਊਗਾ। ਬਿਲਕੁਲ ਜੀ, ਬਚਾਓ ਵਿੱਚ ਹੀ ਬਚਾਓ ਹੈ ਜੀ। ਬਿਲਕੁਲ ਜੀ ਬਿਲਕੁਲ। ਤੇ ਬੰਗਾਲ ਦੀ ਸਥਿਤੀ ਕੀ ਹੈ ਜੀ ਹੁਣ? ਬੰਗਾਲ ਦੇ ਵਿੱਚ ਵੇਖੋ TMC ਦੀ ਬੀਬੀ ਮਮਤਾ ਤੇ ਤੁਹਾਡੇ ਭਾਜਪਾ ਵਾਲੇ ਆਮੋ ਸਾਹਮਣੇ ਪਏ ਆ ਜੀ।
ਉਹ ਜਿਹੜੀ ਗੋਸਵਾਮੀ ਬੀਬੀ ਹੈਗੀ ਉਹਨੇ ਕਹਿਤਾ ਵੀ ਦੇਖੋ ਜਿਹੜਾ ਉੱਥੇ ਸਾਡਾ ਇੰਚਾਰਜ ਲਾਇਆ ਇਹਨਾਂ ਨੇ ਵਰਜੀ ਵਾਲਾ, ਉਹਦਾ ਜਿਹੜਾ ਪੀਏ ਜਾਂ ਜਿਹੜਾ ਖਾਸ ਸਾਥੀ ਰਕੇਸ਼ ਆ, ਉਹਨੇ ਜੇ ਮੇਰੀ ਕਾਰ ਦੇ ਵਿੱਚ ਜਿਹੜਾ ਸੀ ਇੱਕ ਕੋਕੀਨ ਰੱਖੀ ਸੀ ਜੀ। ਲੇਕਿਨ ਜੇ ਮਾਰਕੀਟ ਦੀ ਗੱਲ ਕਰੀਏ ਉਹ ਕੋਕੀਨ ਦੀ ਜਿਹੜੀ ਕੀਮਤ 90 ਲੱਖ ਬਣਦੀ ਹੈ, ਲੇਕਿਨ ਪੰਜਾਬ ਪੁਲਿਸ 10 ਲੱਖ ਕਹੀ ਹੈ ਜੀ। ਉਹ ਤੇ ਫੜੀ ਗਈ। ਹੁਣ ਉਹਦੇ ਕਹਿਣ ਤੇ ਰਕੇਸ਼ ਨੂੰ ਵੀ ਉਹਨਾਂ ਨੇ ਜਿਹੜਾ ਸੀ, ਰਕੇਸ਼ ਸਿੰਘ ਨੂੰ ਵੀ ਜਿਹੜਾ ਸੀ ਹਿਰਾਸਤ ਲੈ ਲਿਆ। ਜਦੋਂ ਰਕੇਸ਼ ਨੂੰ ਹਿਰਾਸਤ ਲੈਣ ਵਾਸਤੇ ਤੇ ਉਹਦੇ ਪਰਿਵਾਰ ਨੇ ਰੌਲਾ ਪਾਤਾ ਸਾਡੇ ਕੋਲ ਐਂਟਰ ਨਹੀਂ ਕਰ ਸਕਦੇ ਜੀ, ਤੁਹਾਡੇ ਕੋਲ ਸਰਚ ਵਾਰੰਟ ਹੈਗੇ ਆ। 5 ਘੰਟੇ ਪੁਲਿਸ ਤੇ ਘੇਰਾ ਪਾ ਕੇ ਬੈਠੀ ਰਹੀ, ਜਾਂ ਬਾਅਦ 5 ਘੰਟਿਆਂ ਬਾਅਦ ਸਰਚ ਵਾਰੰਟ ਆਏ ਤੇ ਫਿਰ ਜਾ ਕੇ ਸਰਚ ਕੀਤਾ ਤੇ ਫਿਰ ਉਹਨਾਂ ਨੇ ਰਕੇਸ਼ ਸਿੰਘ ਦੇ ਉਹਨੂੰ ਤੇ 2 ਮੁੰਡਿਆਂ ਨੂੰ ਪੰਚਨਾ ਨੂੰ ਜਾ ਕੇ ਹਿਰਾਸਤ ਲੈ ਲਿਆ ਜੀ। ਉਹਦੀ ਪਤਨੀ ਕਹਿੰਦੀ ਹੈ ਨਿਰਦੋਸ਼ ਆ, ਰਕੇਸ਼ ਵੀ ਕਹਿੰਦਾ ਨਿਰਦੋਸ਼, ਮੇਰੇ ਤੇ ਕੰਮ ਕਰ ਦੋਸ਼ ਲਾਇਆ ਜਾ ਰਿਹਾ। ਹੁਣ ਸੱਚਾਈ ਕੀ ਉਹ ਪੁਲਿਸ ਦੱਸੇਗੀ। ਤੇ ਦੂਜੇ ਪਾਸੇ ਕੋਲਾ ਖਾਨ ਦੇ ਘਪਲੇ ਦੀ ਅਭਿਸ਼ੇਕ ਦੀ ਜਿਹੜੀ ਪਤਨੀ ਆ, ਉਹਨੂੰ ਉਹਨਾਂ ਗ੍ਰਿਫਤ ਉਹ OCBI ਦੀ ਹਿਰਾਸਤ ਦੇ ਵਿੱਚ ਜੀ। ਉਹ ਪੁੱਛ ਪੜਤਾਲ ਕਰ ਰਹੀ ਆ ਵੀ ਇਹ ਪੈਸੇ ਕਿੱਥੋਂ ਆਇਆ, ਕਿਵੇਂ ਆਇਆ, ਬੈਂਕ ਖਾਤੇ ਕਿੱਥੇ, ਮਤਲਬ ਦੋਵੇਂ ਆਮੋ ਸਾਹਮਣੇ ਲੈ ਕੇ ਆ। ਜਿਹੜੀ ਏਜੰਸੀਆਂ ਫਸੀਆਂ ਨੇ, CBI ਸੈਂਟਰ ਦੀ ਆ, ਬੰਗਾਲ ਪੁਲਿਸ ਮਮਤਾ ਦੀ ਹੈ, ਦੋਵੇਂ ਜਿਹੜੀ ਫਸੇ ਪਏ ਨੇ ਇਸ ਵੇਲੇ। ਅੱਗੇ ਵੇਖੋ ਰਿਜ਼ਲਟ ਕੀ ਹੋਣਾ ਜੀ 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 ਜੀ। ਚਲੋ ਤੇ ਹੁਣ ਫਿਰ ਸ਼ਾਂਤਾਨੂ ਮਲਕ ਨੂੰ ਜ਼ਮਾਨਤ ਜਿਹੜੀ ਹੈ ਜੀ ਉਹ ਟਲ ਗਈ ਹੈ, ਕੀ ਹੈ ਜੀ? ਹਾਂ, ਉਹਦੀ ਜ਼ਮਾਨਤ ਜਿਹੜੀ ਹੈ ਉਹਦੀ ਕੱਲ ਦੀ ਤਰੀਕ ਪੈ ਗਈ ਹੈ ਕਿ ਪਰਸੋਂ ਤਰੀਕ ਪੈ ਗਈ। ਉਹਦੀ ਤਰੀਕ ਜਿਹੜੀ ਸ਼ੁਰੂ ਦੀ ਜ਼ਮਾਨਤ ਮਿਲੀ ਸੀ ਔਰੰਗਾਬਾਦ ਬੰਬੇ ਹਾਈਕੋਰਟ ਤੋਂ ਮਿਲੀ ਸੀਗੀ, ਉਹ ਮਿਲੀ ਸੀ 10 ਦਿਨ ਦੀ ਟ੍ਰਾਂਜ਼ਿਟ ਰਿਮਾਂਡ ਕਿ ਤੂੰ ਆਰਾਮ ਨਾਲ ਜਾ ਸਕਦਾ, ਜਾ ਕੇ ਉੱਥੇ ਆਪਣੀ ਜਿਹੜੀ ਸੀ ਉੱਥੇ ਪੇਸ਼ ਹੋ ਕੇ ਆਪਣੀ ਗੱਲ ਦੱਸ ਸਕਦਾ, ਸ਼ਾਮਲ ਤਸਦੀਕ ਪੇਸ਼ ਹੋ ਸਕਦਾ ਜੀ। ਹੁਣ ਉਹਨੂੰ ਇੱਥੋਂ ਦਿੱਲੀੋਂ ਜਿਹੜੀ ਜੋ ਜ਼ਮਾਨਤ ਲੈਣੀ ਪੈਣੀ ਇਹਦੇ ਬਾਰੇ ਜੀ ਜੀ। ਉਹ ਜਾ ਕੇ ਪੇਸ਼ ਵੀ ਹੋਇਆ, ਜਾ ਕੇ ਉਹਨੇ ਆਪਣੇ ਬਿਆਨ ਵੀ ਦਰਜ ਕਰਾਏ, ਸ਼ਾਮਲ ਤਫਤੀਸ਼ ਹੋਇਆ। ਕੱਲ ਜਿਹੜੀ ਸੀ ਦਿਸ਼ਾ ਜਿਹੜੀ ਹੈ, ਕੱਲ ਸਵੇਰੇ ਪਹਿਲਾਂ ਉਹਦੀ ਦਿਸ਼ਾ ਦੀ ਸ਼ਾਂਤਨੂ ਦੀ ਨਿਕਿਤਾ ਜੈਕਸਨ ਦੀ ਤਿੰਨਾਂ ਜਿਹੜੀ ਸੀ ਗੱਲਬਾਤ ਕਰਾਈ ਉਹਨਾਂ ਨੇ, ਇਕੱਠਿਆਂ ਦੀ ਇੰਟਰੋਗੇਸ਼ਨ ਕੀਤੀ। ਉਸ ਤੋਂ ਬਾਅਦ ਜਿਹੜੀ ਦਿਸ਼ਾ ਨੂੰ ਜ਼ਮਾਨਤ ਮਿਲ ਗਈ ਆ, ਜਿਹੜੀ ਨਿਕਿਤਾ ਜੈਕਸਨ ਉਹਨੂੰ 21 ਦਿਨ ਦੀ ਜ਼ਮਾਨਤ ਮਿਲੀ ਸੀ ਬੰਬੇ ਹਾਈਕੋਰਟ ਤੋਂ। ਜਿਹੜਾ ਸ਼ਾਂਤਨੂ ਸੀ ਨੂੰ 10 ਦਿਨ ਦੀ ਮਿਲੀ ਸੀ ਤੇ ਉਹਨੇ ਆਪਣੀ ਬੇਲ ਅਪਲਾਈ ਕੀਤੀ ਤੇ ਅਗਵਾਊ ਜ਼ਮਾਨਤ ਦਿੱਤੀ ਜਾਵੇ ਜਿਹੜੀ ਦਿੱਲੀ ਕੋਰਟ ਦੇ ਵਿੱਚ। ਅੱਛਾ, ਪਵਾਰ ਨੇ ਵੀ ਠਿੱਬੀ ਲਾਤੀ ਜੀ ਕਹਿੰਦੇ ਫਿਰ ਭਾਜਪਾ ਨੂੰ। ਹਾਂਜੀ, ਉਹਨੇ ਵੀ ਉਹੀ ਕੰਮ ਕੀਤਾ ਜੋ ਭਾਜਪਾ ਵਾਲੇ ਕਰਦੇ ਸੀ ਜੀ। ਉਹਨੇ ਕੀ ਕੀਤਾ ਵੀ ਉੱਥੇ ਜਿਹੜੀ ਨਗਰ ਨਿਗਮ ਉਹਨਾਂ ਦੀ ਹੈਗੀ ਆ, ਉਹਦਾ ਨਾਂ ਹੈਗਾ ਜੀ ਸਾਂਗਲੀ। ਹਾਂਜੀ, ਸਾਂਗਲੀ ਦੇ ਵਿੱਚ ਉਹਨੇ ਕੀ ਕੀਤਾ ਵੀ ਇਹਨਾਂ ਦੇ 7 ਕੌਂਸਲ ਤੋੜੇ ਭਾਜਪਾ ਦੇ। ਜਿਹੜਾ ਕੰਮ ਦੂਜੇ ਪਾਸੇ ਕਰਦੇ ਸੀ ਇਹ ਰੁੱਝੇ ਰਹੇ ਉੱਥੇ ਆਪਣੇ ਪਾਰਟੀਗਰੀ ਦੇ ਵਿੱਚ ਵੀ ਸਰਕਾਰ ਤੋੜਨ ਵਾਸਤੇ ਨਰਿੰਦਰ ਦੀ ਜੀ। ਦੂਜੇ ਪਾਸੇ ਇਹਦੇ ਬੰਦਿਆਂ ਨੇ ਕੀ ਕੀਤਾ, 7 ਕੌਂਸਲ ਤੋੜ ਕੇ ਨਗਰ ਦੇ ਵਿੱਚ 70 ਮੈਂਬਰ ਸੀ ਤੇ ਇਹਦੇ ਨਾਲ ਜਿਹੜਾ ਇਹਨਾਂ ਦਾ ਉਮੀਦਵਾਰ ਸੀ ਪਵਾਰ ਦਾ ਉਹਨੂੰ 39 ਵੋਟਾਂ ਪਈਆਂ ਤੇ ਜਿਹੜੇ 5 ਕੌਂਸਲ ਇਹਨਾਂ ਦੇ ਹੱਕ ਚ ਭੁਗਤੇ 7 ਵੋਟਾਂ ਟੋਟਲ ਪਈਆਂ ਜਿਹੜੀ ਇਹਨਾਂ ਦੇ ਹੱਕ ਚ ਪਈਆਂ ਭਾਜਪਾ ਦੀਆਂ ਜੀ। ਜਦੋਂ ਕਿ ਉੱਥੇ ਜਿਹੜੀ ਬਹੁਤ ਸੰਮਤੀ ਭਾਜਪਾ ਦੀ ਸੀ, ਲੇਕਿਨ ਭਾਜਪਾ ਦੇ 7 ਕੌਂਸਲ ਟੁੱਟਣ ਨਾਲ ਉੱਥੇ ਜਿਹੜਾ ਸੀ ਮੇਅਰ ਆ ਉਹ ਹੁਣ ਇਹਦਾ ਰਾਸ਼ਟਰੀ ਕਾਂਗਰਸ ਪਾਰਟੀ ਦਾ ਬਣ ਗਿਆ ਜੀ। ਇਹ ਵੀ ਪਹਿਲਾ ਜਿਹੜਾ ਪਵਾਰ ਨੇ ਪਹਿਲੀ ਛਬੀ ਮਾਰੀ ਆ ਉਹਨਾਂ ਨੂੰ ਇੱਥੇ ਰੱਜ ਕੇ ਤੇ ਆ ਜਾਓ ਵੀ ਉਹਨੂੰ ਤੁਸੀਂ ਮਾਰ ਕੇ ਨਹੀਂ ਮਾਰ ਸਕਦੇ ਜੀ। ਤੇ ਫਿਰ ਝੰਡਾ ਜਰਮਨ ਚ ਲਹਿਰਾਇਆ ਤੇ ਹੋਏ ਭਾਜਪਾ ਦੇ ਕਾਂਗਰਸੀ ਆਮਣੇ ਸਾਹਮਣੇ ਫਿਰਦੇ ਆ ਜੀ, ਇਹ ਕੀ ਮਾਮਲਾ? ਦੇਖੋ ਜੀ, ਜਰਮਨ ਦੇ ਵਿੱਚ ਇਹਨਾਂ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਇੱਕ ਨੇਤਾ ਹੈਗਾ ਸੁਰੇਸ਼ ਨਾਥੂ। ਅੱਛਾ ਜੀ। ਸੁਰੇਸ਼ ਨਾਥੂ ਨੇ ਇਹ ਇਲਜ਼ਾਮ ਲਗਾਇਆ ਕਿ ਜਿਹੜੀ ਇਹਨਾਂ ਦੀ ਇੰਡੀਅਨ ਓਵਰਸੀਜ਼ ਕਾਂਗਰਸ ਹੈਗੀ ਨਾ IOC, ਉਹਨਾਂ ਨੇ ਇੱਥੇ ਇੱਕ ਮੁਜ਼ਾਹਰਾ ਕੀਤਾ ਜੀ। ਉਸ ਮੁਜ਼ਾਹਰੇ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਗਏ ਤੇ ਪਾਕਿਸਤਾਨ ਦਾ ਝੰਡਾ ਫੜਿਆ ਗਿਆ ਜੀ। ਹੁਣ ਜਿਹੜੀ ਉੱਥੋਂ ਦੀ ਇੰਡੀਅਨ ਓਵਰਸੀਜ਼ ਕਹਿੰਦੇ ਵੀ ਪਹਿਲੀ ਗੱਲ ਤਾਂ ਅਸੀਂ ਇਹੋ ਜਿਹਾ ਮੁਜ਼ਾਹਰਾ ਕੀਤਾ ਕੋਈ, ਦੂਸਰੀ ਗੱਲ ਜਿਹੜੀ ਫੋਟੋ ਇਹ ਪੇਸ਼ ਕਰ ਰਿਹਾ ਸਾਡਾ ਬੰਦਾ ਹੀ ਕੋਈ ਨਹੀਂ ਹੈਗਾ ਜੀ। ਇਹ ਖਾਮਖਾ ਦੋਸ਼ ਲਾ ਰਿਹਾ। ਪਰ ਉਹਨਾਂ ਕਿਹਾ ਭਾਜਪਾ ਵਾਲਿਓ ਗੱਲ ਸੁਣ ਲਓ, ਸਾਡੀ ਜਿਹੜੀ ਕਾਂਗਰਸ ਆ ਪਾਰਟੀ ਇੰਡੀਆ ਦੇ ਵਿੱਚ ਵੀ ਤੇ ਓਵਰਸੀਜ਼ ਵੀ ਜੀ, ਅੱਜ ਵੀ ਕਿਸਾਨਾਂ ਦੇ ਹੱਕ 'ਚ ਖਲੋਤੇ ਆ, ਕੱਲ ਵੀ ਖਲੋਤੇ ਆ, ਪਰਸੋਂ ਨੂੰ ਤੇ ਗਾਂ ਵੀ ਉਹਨਾਂ ਦੇ ਹੱਕ 'ਚ ਰਵਾਂਗੇ। ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਆ, ਜੇ ਸਾਨੂੰ ਲੋੜ ਪਊਗੀ ਅਸੀਂ ਜ਼ਰੂਰ ਧਰਨਾ ਵੀ ਦੇਵਾਂਗੇ ਤੇ ਮੁਜ਼ਾਹਰਾ ਵੀ ਕਰਾਂਗੇ ਇੱਥੇ ਜਰਮਨ ਦੇ ਵਿੱਚ ਜੀ ਜੀ। ਤੇ ਪਾਕਿਸਤਾਨ ਦੇ ਵਿੱਚ ਕਹਿੰਦੇ ਆਪਣੇ ਨਾਬਾਲਗ ਬੱਚੀਆਂ ਨਾਲ ਵੀ ਜਿਵੇਂ ਮੰਨਿਆ ਜਾਂਦਾ ਕਿ ਉੱਥੇ ਜੀ ਜਿਵੇਂ ਮਰਜ਼ੀ ਕਰ ਲਓ, ਪਰ ਕਹਿੰਦੇ ਉੱਥੇ ਨਾਬਾਲਗ ਬੱਚੀ ਨਾਲ
ਸ਼ਾਦੀ ਕਰਾਉਣ ਦਾ ਮਾਮਲਾ ਸਾਹਮਣੇ ਆਇਆ, ਕੀ ਸਜ਼ਾ ਹੋ ਸਕਦੀ ਹੈ ਜੀ? ਬਿਲਕੁਲ ਜੀ, ਇਹਦੇ ਵਿੱਚ ਪਾਕਿਸਤਾਨ ਦੇ ਬਲੂਚਿਸਤਾਨ ਤੋਂ ਇੱਕ ਜਿਹੜਾ ਨਾ ਹੈਗਾ ਸੰਸਦ ਮੈਂਬਰ ਆ, ਉਹਦਾ ਨਾਮ ਹੈ ਮੌਲਾਨਾ ਸਲਾਹੂਦੀਨ ਜੀ। ਉਹਨੇ 14 ਸਾਲ ਦੀ ਨਾਬਾਲਗ ਬੱਚੀ ਦਾ ਨਿਕਾਹ ਕਰਿਆ ਜੀ। ਲੇਕਿਨ ਉੱਥੋਂ ਦੇ ਧਾਰਮਿਕ ਆਗੂ ਤੇ ਜਿਹੜਾ ਕਾਨੂੰਨ ਕਹਿੰਦਾ ਵੀ 16 ਸਾਲ ਦੀ ਘੱਟ ਉਮਰ ਦਾ ਵਿਆਹ ਗੁਨਾਹ ਵਾ, ਤੁਸੀਂ ਨਹੀਂ ਕਰ ਸਕਦੇ। ਇਹ ਹੁਣ 28 ਅਕਤੂਬਰ ਇਹ ਹੁਣ ਜਿਹੜਾ ਕੇਸ ਆ ਇਹ ਚਲੇਗਾ ਪੁਲਿਸ ਦੇ ਕੋਲੇ, ਤੇ ਪੁਲਿਸ ਤੇ ਇਨਵੈਸਟੀਗੇਸ਼ਨ ਕਰ ਰਹੀ ਆ, ਤੇ ਇਹ ਬੰਦੇ ਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਹੋ ਸਕਦੀ ਆ ਜੀ। ਪੁਲਿਸ ਕਹਿੰਦੀ ਹੈ ਕਿ ਸਾਨੂੰ ਨਹੀਂ ਪਤਾ, ਸਾਨੂੰ ਇੱਕ NGO ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਬੱਚੀ ਦਾ ਜਿਹੜਾ ਸੀ ਉਹ ਵਧੀਕੀ ਹੋ ਰਹੀ ਹੈ, ਤੁਸੀਂ ਬਚਾਓ। ਤੇ ਬੜੇ ਅਫਸੋਸ ਦੀ ਗੱਲ, ਸੰਸਦ ਮੈਂਬਰ ਜੀ ਜ਼ਿੰਮੇਵਾਰ ਬੰਦਾ ਵਾ, ਜਿਹਨੇ ਲੋਕਾਂ ਨੂੰ ਗਾਈਡ ਕਰਨਾ ਵੀ ਤੁਸੀਂ ਮਾੜੇ ਕੰਮ ਨਾ ਕਰੋ, ਗਲਤ ਕੰਮ ਨਾ ਕਰੋ, ਤੇ ਉਹ ਆਪ ਹੀ ਕਰੂਗੀ ਤੇ ਬਾਕੀ ਬੰਦਿਆਂ ਨੂੰ ਕੀ ਸਮਝਾਊਗਾ? ਦੱਸੋ। ਬੱਚੀ ਵੈਸਾ ਤੇਰੀ ਪੋਤਰੀ ਤੇਰੀ ਪੜਪੋਤੀ ਵਰਗੀ ਹੋਈ 14 ਸਾਲ ਦੀ ਬੱਚੀ ਦੇ ਜਿੰਨਾ ਤੂੰ ਸ਼ਾਦੀ ਕਰਾਉਣ ਦਾ, ਇਹ ਕੁਝ ਉਹਨਾਂ ਨੂੰ ਮੁਸਲਮਾਨਾਂ ਦੇ ਕਾਨੂੰਨ ਆਪਣੇ ਹੈਗੇ, ਧਾਰਮਿਕ ਨੂੰ ਇਹੋ ਜਿਹੇ ਤੁਸੀਂ ਕਰਵਾ ਸਕਦੇ ਹੋ ਜੀ, ਲੇਕਿਨ ਇਹ ਗਲਤ ਹੈ, ਇਹ ਨਹੀਂ ਹੋਣੀ ਚਾਹੀਦੀ। ਬਿਲਕੁਲ ਜੀ, ਬੱਚੀ ਤਾਂ ਬੱਚੀ ਹੈ ਜੀ। ਕੁਦਰਤ ਨੇ ਵੀ ਉਹਨੂੰ ਕਿਹਾ ਕਿ ਜਦੋਂ ਮੁਟਿਆਰ ਹੁੰਦੀ ਹੈ, ਮੁਟਿਆਰ ਨਾਲ ਜਦੋਂ ਮਰਜ਼ੀ ਸ਼ਾਦੀ ਕਰਾ ਲਓ, ਪਰ ਉਹ ਤਾਂ ਹਜੇ ਬਾਲੜੀ ਹੈ ਜੀ। ਉਹਦਾ ਕੁੜੀ ਦਾ ਜਨਮ 28 ਅਕਤੂਬਰ 2006 ਦਾ ਵਾ। ਦੱਸੋ। ਮਿਹਰਬਾਨੀ ਜੀ ਪੱਟੀ ਸਾਹਿਬ, ਤੁਹਾਡਾ ਧੰਨਵਾਦ ਸਮਾਂ ਦੇਣ ਦੇ ਲਈ, ਸ਼ੁਕਰੀਆ ਜੀ। ਤੇ ਸਾਰੇ ਮੇਰੇ ਸਰੋਤੇਗਣ ਜਿੰਨੇ ਵੀ ਰੇਡੀਓ ਪੰਜਾਬ ਟੂਡੇ ਨੂੰ ਪਿਆਰ ਕਰਨ ਵਾਲੇ ਨੇ ਜੀ, ਕਿਰਪਾ ਕਰਕੇ ਜੇਕਰ ਤੁਸੀਂ ਰੇਡੀਓ ਪੰਜਾਬ ਟੂਡੇ ਨੂੰ ਐਡਵਰਟੀਜ਼ਮੈਂਟ ਦੇਣੀ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਅੱਛੀ ਲਿਸਨਰਸ਼ਿਪ ਹੈ, ਸਾਰਾ ਕੁਝ ਤੁਹਾਨੂੰ ਅੱਛਾ ਰਿਸਪੌਂਸ ਵੀ ਆਏਗਾ। ਸੋ ਇਹਦੇ ਲਈ ਸੰਪਰਕ ਕਰੋ 9780141741 97801 41741 ਤੇ ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੇ ਆ ਸਦਾ ਬਖਤੌਰ ਸਿੰਘ ਢਿੱਲੋਂ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ